ਸਤਿ ਸ਼੍ਰੀ ਅਕਾਲ। ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ ਤੇ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ। ਸਾਹਿਤਕ ਤੰਦਾਂ ਖੁੱਲ੍ਹੇ ਦੇ ਵਿੱਚ ਆਏ ਹੋਏ ਹਾਂ। ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ। ਜਦੋਂ ਜ਼ਿਕਰ ਪੁਸਤਕ ਦਾ ਆਉਂਦਾ ਹੈ ਤਾਂ ਸਿੱਧੇ ਤੌਰ ਦੇ ਉੱਤੇ ਸਾਹਿਤ ਦੀ ਗੱਲ ਕਰ ਰਹੇ ਹੁੰਦੇ ਹਾਂ ਅਸੀਂ। ਵੈਸੇ ਤਾਂ ਪੁਸਤਕ ਦੇ ਰੂਪ ਦੇ ਵਿੱਚ ਸਾਡੇ ਕੋਲ ਬਹੁਤ ਸਾਰੀਆਂ ਪੁਸਤਕਾਂ ਪਈਆਂ ਨੇ, ਪਰ ਕੁਝ ਇੱਕ ਖਾਸ ਵਿਸ਼ੇ ਹੁੰਦੇ ਨੇ ਜਿਨ੍ਹਾਂ ਵਿਸ਼ਿਆਂ ਦੇ ਉੱਤੇ ਖਾਸ ਕਿਸਮ ਦੀ ਸਾਹਿਤਕਾਰੀ ਕੀਤੀ ਜਾਂਦੀ ਹੈ। ਉਹਨਾਂ ਵਿਸ਼ਿਆਂ ਦੇ ਵਿੱਚੋਂ ਹੀ ਇੱਕ ਬਹੁਤ ਵੱਡੀ ਤਰਾਸਦੀ ਵਾਲਾ ਵਿਸ਼ਾ ਪੰਜਾਬ ਦੀ ਵੰਡ ਸਨ 1947। ਉਸ ਵੰਡ ਦੇ ਦੌਰਾਨ ਔਰ ਉਸ ਵੰਡ ਦੇ ਦਰਮਿਆਨ ਦੋਵਾਂ ਪੰਜਾਬਾਂ ਨੇ ਬੜਾ ਕੁਝ ਝੱਲਿਆ। ਦੋ ਬਣਨ ਤੋਂ ਬਾਅਦ ਬੜਾ ਕੁਝ ਝੱਲਿਆ। ਦੋਵਾਂ ਕੌਮਾਂ ਨੇ ਬੜਾ ਕੁਝ ਝੱਲਿਆ। ਉੱਧਰਲੇ ਪਾਸੇ ਮੁਸਲਮਾਨ ਅਤੇ ਇੱਧਰਲੇ ਪਾਸੇ ਸਿੱਖ ਅਤੇ ਹਿੰਦੂ, ਇਹ ਕੌਮਾਂ ਨੇ ਬੜਾ ਕੁਝ ਝੱਲਿਆ। ਸਾਹਿਤਕ ਤੰਦਾਂ ਦੇ ਵਿੱਚ ਅੱਜ ਜਦੋਂ ਤੁਹਾਡੇ ਮੁਖਾਤਬ ਅਸੀਂ ਅੰਮ੍ਰਿਤਸਰ ਦੀ ਜਿਹੜੀ ਇਹ ਸਟੇਜ ਹੈ ਉਹ ਕਰਾਂਗੇ ਤਾਂ ਇੱਕ ਪੁਸਤਕ ਜਿਹੜੀ ਵੰਡ ਨਾਲ ਸੰਬੰਧਿਤ ਇੱਕ ਮਨੋਵਿਗਿਆਨਕ ਡਾਕਟਰ, ਜਿਹੜੇ ਪੇਸ਼ੇ ਵਜੋਂ ਮਨੋਵਿਗਿਆਨਕ ਡਾਕਟਰ ਨੇ, ਪਰੰਤੂ ਜਦੋਂ ਲਿਖਣ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਭਾਰਤ ਜਾਂ ਪੰਜਾਬ ਦੀ ਵੰਡ ਦੇ ਉੱਤੇ ਬੜੀ ਖੂਬਸੂਰਤ ਅੰਗਰੇਜ਼ੀ ਦੇ ਵਿੱਚ ਪੁਸਤਕ ਲਿਖੀ। ਉਸ ਪੁਸਤਕ ਦਾ ਅਨੁਵਾਦ ਕੁਲਬੀਰ ਗੋਜਰਾ ਹੋਰਾਂ ਨੇ ਕੀਤਾ। ਪੁਸਤਕ ਦੇ ਜਿਹੜੇ ਲੇਖਕ ਡਾਕਟਰ ਅਨੂਪ ਕਾਲਾ ਅੰਗਰੇਜ਼ੀ ਦੇ ਵਿੱਚ, ਪੁਸਤਕ ਦਾ ਅਨੁਵਾਦ ਡਾਕਟਰ ਕੁਲਬੀਰ ਗੋਜਰਾ ਹੋਰਾਂ ਨੇ ਕੀਤਾ ਅਤੇ ਪੁਸਤਕ ਦਾ ਨਾਮ ਲਾਹੌਰ ਦਾ ਪਾਗਲਖਾਨਾ। ਬਹੁਤ ਖੂਬਸੂਰਤ ਕਹਾਣੀਆਂ ਔਰ ਮੰਚ ਦਾ ਜਿਹੜਾ ਸੰਚਾਲਨ ਹੈ ਉਹ ਪੰਜਾਬ ਦੇ ਸਮਰੱਥ ਅਤੇ ਪ੍ਰਪੱਖ ਸ਼ਾਇਰ ਗੁਰਤੇਜ ਕਹਾਰਵਾਲਾ ਕਰ ਰਹੇ ਨੇ। ਆਓ ਡਾਕਟਰ ਕਾਲਾ ਹੋਰੀ ਅਤੇ ਪੁਸਤਕ ਦਾ ਅਨੁਵਾਦ ਕਰਨ ਵਾਲੇ ਕੁਲਬੀਰ ਗੋਜਰਾ ਹੋਰਾਂ ਨੇ ਇਸ ਪੁਸਤਕ ਦੀਆਂ ਕਹਾਣੀਆਂ ਦਾ ਬਿਰਤਾਂਤ ਕਿਵੇਂ ਸਿਰਜੇ, ਵੰਡ ਨੇ ਕੀ ਕੁਛ ਕੀਤਾ, ਵੰਡ ਨੇ ਲੋਕਾਂ ਦੀ ਜ਼ਿੰਦਗੀ 'ਤੇ ਕੀ ਅਸਰ ਪਾਇਆ। ਆਓ ਸਾਹਿਤਕ ਤੰਦਾਂ ਦੇ ਇਸ ਸਫ਼ਰ ਦੇ ਵਿੱਚ ਤੁਹਾਨੂੰ ਸਿੱਧੇ ਸਟੇਜ ਤੋਂ ਗੁਰਤੇਜ ਕਹਾਰਵਾਲਾ ਦੇ ਸਵਾਲ, ਮੁੱਖ ਲੇਖਕ ਦੇ ਉੱਤਰ ਅਤੇ ਅਨੁਵਾਦ ਕਰਨ ਵਾਲੇ ਨੇ ਅੰਗਰੇਜ਼ੀ ਤੋਂ ਉਸ ਪੁਸਤਕ ਦਾ ਪੰਜਾਬੀ ਦਾ ਅਨੁਵਾਦ ਕਿਵੇਂ ਕੀਤਾ। ਤੁਸੀਂ ਵੀ ਇਹਨਾਂ ਕਹਾਣੀਆਂ ਦੇ ਨਾਲ ਨਾਲ ਤੁਰੋ, ਤੁਸੀਂ ਵੀ ਵੰਡ ਦੇ ਦਰਦ ਨੂੰ ਮਹਿਸੂਸ ਕਰੋ ਸਾਹਿਤਕ ਤੰਦਾਂ ਦੇ ਅੱਜ ਦੇ ਸਫ਼ਰ ਦੇ ਵਿੱਚ। ਜਦੋਂ ਮੈਂ ਸਾਈਕਾਇਟਰਿਸਟ ਬਣਿਆ ਤਾਂ ਇਸ ਤਰ੍ਹਾਂ ਦੇ ਪੇਸ਼ੈਂਟਸ ਆਉਣ ਲੱਗੇ। ਕੁਝ ਉਦੋਂ ਆਉਂਦੇ ਹੁੰਦੇ ਸੀਗੇ, ਮੈਂ PGI ਸੀਗਾ ਅਤੇ ਇੱਕ ਪੇਸ਼ੈਂਟ ਸੀ ਕਿ ਉਹਦੀ ਸ਼ਾਦੀ ਹੋਈ ਸੀ ਮੁਲਤਾਨ ਅਤੇ ਉਹ ਫੌਰਨ ਉਸ ਤੋਂ ਬਾਅਦ ਪਟਿਆਲੇ ਸ਼ਿਫਟ ਹੋ ਗਏ ਹਸਬੈਂਡ ਵਾਈਫ। ਅਤੇ ਇਹਦੇ ਤੋਂ ਬਾਅਦ ਉਹਨੂੰ ਚੀਜ਼ਾਂ ਦਿਸਣ ਲੱਗ ਗਈਆਂ ਜਿਸ ਤਰ੍ਹਾਂ ਰੋਸ਼ਨਦਾਨਾਂ ਦੇ ਵਿੱਚੋਂ ਛੋਟੇ ਛੋਟੇ ਮੁਸਲਮਾਨ ਬੰਦੇ ਜਿਵੇਂ ਲਿਲੀਪੁਟਸ ਹੁੰਦੇ ਨੇ ਉਹ ਉਤਰ ਕੇ ਆਉਂਦੇ ਸੀ। ਅੱਲਾਹੋ ਅਕਬਰ ਕਹਿੰਦੇ ਕਹਿੰਦੇ ਤਲਵਾਰਾਂ ਸੀ ਛੋਟੀਆਂ ਛੋਟੀਆਂ ਉਹਨਾਂ ਕੋਲ, ਉਹ ਧਮਕਾਉਂਦੇ ਸੀ, ਡਰਾਉਂਦੇ ਸੀ, ਰੇਪ ਦੀਆਂ ਥ੍ਰੈਟਸ ਦਿੰਦੇ ਸੀ। ਉਹ ਫਿਰ ਇੱਕ ਵਾਰੀ ਔਰਤ ਠੀਕ ਹੋ ਗਈ, ਲੇਕਿਨ ਕੁਛ ਸਾਲਾਂ ਬਾਅਦ, ਕਾਫੀ ਸਾਲਾਂ ਦੇ ਬਾਅਦ ਉਹਨੂੰ ਫਿਰ ਇਹੀ, ਜਦ ਕਿ ਪਾਰਟੀਸ਼ਨ ਨੂੰ 20 ਸਾਲ ਪੁਰਾਣੀ ਹੋ ਗਈ ਸੀ ਪਾਰਟੀਸ਼ਨ, ਉਹਦੀ ਇੱਕ ਬੱਚੀ ਸੀ ਜਿਹੜੀ ਉਹ ਵੱਡੀ ਸਾਰੀ ਸੀਗੀ, ਉਹਨੂੰ ਇੱਕ ਵਾਰੀ ਫਿਰ ਇਸ ਤਰ੍ਹਾਂ ਅਟੈਕ ਹੋਇਆ, ਉਹਨੇ ਛੱਤ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਿਆ। ਉਹਦੀ ਮੌਤ ਤੋਂ ਬਾਅਦ ਉਹਦੀ ਜਿਹੜੀ ਬੇਟੀ ਸੀ ਹੁਣ ਵੱਡੀ, ਉਹ ਹੀ ਗੱਲਾਂ ਕਰਨ ਲੱਗ ਗਈ। ਉਸ ਤੋਂ ਕੁਛ ਸਾਲ ਦੇ ਬਾਅਦ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ। ਇੱਕ ਕਾਨਫਰੰਸ ਦੇ ਵਿੱਚ, ਮੈਂਟਲ ਹੈਲਥ ਕਾਨਫਰੰਸ ਦੇ ਵਿੱਚ ਡੈਲੀਗੇਸ਼ਨ ਦੇ ਨਾਲ ਅਸੀਂ ਲਾਹੌਰ 'ਚ ਸ਼ਾਪਿੰਗ ਕਰ ਰਹੇ ਸੀਗੇ। ਸਾਨੂੰ ਉਹ ਲੈ ਗਏ ਸੀ ਜਿਹੜੇ ਸਾਡੇ ਹੋਸਟ ਸੀਗੇ। ਤਾਂ ਇੱਕਦਮ ਇੱਕ ਬਾਹਰੋਂ ਜਵਾਨ ਲੜਕੀ 20-22 ਸਾਲ ਦੀ ਕਾਲਜ ਸਟੂਡੈਂਟ ਲੱਗਦੀ ਸੀ, ਕੱਪੜਿਆਂ ਤੋਂ ਅੱਛੀ ਫੈਮਿਲੀ ਦੀ, ਇੰਗਲਿਸ਼ ਬੋਲਦੀ ਸੀ। ਸਾਡੇ ਨਾਲ ਇੱਕ ਸਰਦਾਰ ਜੀ ਸੀ ਡੈਲੀਗੇਸ਼ਨ 'ਚ, ਐਲਡਰਲੀ ਸਾਈਕਾਇਟਰਿਸਟ ਪਟਿਆਲੇ ਦੇ ਬੜੇ ਮਸ਼ਹੂਰ ਨੇ। ਉਹਨਾਂ ਨੂੰ ਆ ਕੇ ਉਹਨੇ ਗੱਲ ਤੋਂ ਫੜ ਲਿਆ, ਕਹਿੰਦੇ ਤੁਹਾਨੂੰ ਸਰਦਾਰਾਂ ਨੂੰ ਹਾਲੇ ਤੱਕ ਤਸੱਲੀ ਨਹੀਂ ਹੋਈ, ਤੁਸੀਂ ਹੁਣ ਤੱਕ ਪਾਕਿਸਤਾਨ 'ਚ ਕੀ ਕਰ ਰਹੇ ਹੋ? ਮੈਨੂੰ ਤਾਂ ਲੱਗਦਾ ਕਿ ਤੁਸੀਂ ਉਹ ਸੀਗੇ ਜਿਹੜੇ ਮੈਂ ਉਸ ਦਿਨ ਰਾਤੀ ਦੇਖਿਆ, ਤੁਸੀਂ ਮੇਰੇ ਕਮਰੇ 'ਚ ਸੀਗੇ ਔਰ ਪਿੱਛੇ ਉਹਦੀ ਮਾਂ ਸ਼ਾਇਦ ਉਹ ਪਾਰਕਿੰਗ ਕਰ ਰਹੀ ਸੀ ਅੰਦਰ ਨਾ। ਇਹ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਇੰਟਰਜਨਰੇਸ਼ਨਲ ਟਰਾਮਾ, ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ, ਦੂਸਰੀ ਤੋਂ ਤੀਸਰੀ ਜਨਰੇਸ਼ਨ। ਔਰ ਇਹ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਮਿਰਰ ਇਮੇਜਿੰਗ ਆਫ ਟਰਾਮਾ। ਜਿਸ ਤਰ੍ਹਾਂ ਸ਼ੀਸ਼ੇ 'ਚ ਆਪਣੀ ਸ਼ਕਲ ਦਿਖਦੀ ਆ, ਇਹ ਇੱਧਰ ਦਾ ਟਰਾਮਾ, ਉਹ ਉੱਧਰ ਦਾ ਟਰਾਮਾ। ਉਦੋਂ ਮੈਨੂੰ ਲੱਗਿਆ ਕਿ ਇਹਦੇ ਬਾਰੇ ਲਿਖਣਾ ਚਾਹੀਦਾ। ਫੋਰਚੂਨੇਟਲੀ ਮੈਂ ਸਾਈਕਾਇਟਰਿਸਟ ਸੀਗਾ, ਮੈਂ ਉੱਥੇ ਇੰਸਟੀਟਿਊਸ਼ਨਸ ਗਿਆ, ਮੈਂਟਲ ਹਸਪੀਟਲ ਲਾਹੌਰ 'ਚ ਕਿੰਨੀ ਵਾਰੀ ਗਿਆ। ਕੰਟੈਂਟ ਮਿਲਣ 'ਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ।
ਸੋ ਇਹ ਤੁਹਾਡੇ ਸਵਾਲ ਦਾ ਜਵਾਬ ਗੁਰਤੇਜ ਜੀ ਇਹ ਹੈ ਕਿ ਐਸੋਸੀਏਸ਼ਨ ਹੁਣ ਮੈਂ ਇਸ ਕਿਤਾਬ ਦੇ ਅਨੁਵਾਦਕ ਜਿਨ੍ਹਾਂ ਨੇ ਪੰਜਾਬੀ ਦੇ ਅੰਦਰ ਇਸ ਕਿਤਾਬ ਨੂੰ ਅਨੁਵਾਦ ਕੀਤਾ ਅੰਗਰੇਜ਼ੀ ਤੋਂ, ਡਾਕਟਰ ਕੁਲਵੀਰ ਗੋਜਰਾ ਨੂੰ ਪੁੱਛਣਾ ਚਾਹੁੰਦਾ ਕਿ ਇੱਕ ਡਾਕਟਰ ਦੀ ਕਥਾ ਬਿਰਤਾਂਤ ਦੀ ਲਿਖੀ ਹੋਈ ਕਿਤਾਬ ਜਦੋਂ ਸਾਹਿਤ ਦੇ ਇੱਕ ਵਿਦਿਆਰਥੀ ਕੋਲ ਪਹੁੰਚਦੀ ਹੈ ਔਰ ਅੰਗਰੇਜ਼ੀ ਦੀ ਕਿਤਾਬ ਜਦੋਂ ਪੰਜਾਬੀ ਦੇ ਜਗਤ ਵਿੱਚ ਉਹਨੇ ਆਉਣਾ ਹੁੰਦਾ ਤਾਂ ਉਸ ਅਨੁਵਾਦ ਦੇ ਪਿੱਛੇ ਜਾਂ ਕਿਹੜੀ ਗੱਲ ਸੀ ਕਿ ਤੁਹਾਨੂੰ ਇਸ ਕਿਤਾਬ ਨੇ ਅਨੁਵਾਦ ਲਈ ਖਿੱਚਿਆ, ਔਰ ਸਾਰੇ ਜਿਹੜੇ ਅਨੁਵਾਦ ਦੇ ਅਨੁਭਵ ਸੀ, ਕਿਉਂਕਿ ਇਕੱਲੀ ਭਾਸ਼ਾ ਨਹੀਂ ਬਦਲ ਕੇ ਨਹੀਂ ਅੱਗੇ ਆਉਣਾ ਹੁੰਦਾ, ਇੱਕ ਪੂਰੇ ਦਾ ਪੂਰਾ ਕਿਤਾਬ ਦਾ ਸੰਸਾਰ ਵੀ ਦੂਜੀ ਕਿਸੇ ਜਗਤ ਵਿੱਚ ਅਸੀਂ ਲੈ ਕੇ ਜਾਣਾ ਹੁੰਦਾ। ਇਹ ਸਾਰੇ ਅਨੁਭਵ ਕੁਲਵੀਰ ਜੀ ਕਿਸ ਤਰ੍ਹਾਂ ਰਹੇ ਕਿ ਤੁਸੀਂ ਇਸ ਕਿਤਾਬ ਨੂੰ ਅਨੁਵਾਦ ਕੀਤਾ ਤੇ ਉਹਦੀ ਚੋਣ ਕਿਉਂ ਕੀਤੀ, ਤੇ ਇਸ ਸਾਰੇ ਦੇ ਦੌਰਾਨ ਤੁਸੀਂ ਕਿਸ ਕਿਸਮ ਦੀ ਇੱਕ ਤਰ੍ਹਾਂ ਮਨੋ ਅਵਸਥਾ ਚੋਂ ਗੁਜ਼ਰੇ? ਸ਼ੁਕਰੀਆ ਗੁਰਤੇਜ ਜੀ। ਪਹਿਲੀ ਗੱਲ ਕਿ ਇਹ ਕਿਤਾਬ ਨਾਲ ਮੈਂ ਕਿਵੇਂ ਜੁੜਿਆ, ਦਰਅਸਲ ਦਿੱਲੀ ਇੱਕ ਗੋਸ਼ਟੀ ਸੀ ਜਿਹੜੀ ਡਾਕਟਰ ਸਾਹਿਬ ਹੁਣਾਂ ਦੀ ਅੰਗਰੇਜ਼ੀ ਦੀ ਕਿਤਾਬ ਆ, ਦੀ ਅਨਸੇਫ ਅਸਾਈਲਮ ਸਟੋਰੀਜ਼ ਆਫ ਪਾਰਟੀਸ਼ਨ ਐਂਡ ਮੈਡਨੈਸ। ਮੈਂ ਉਹਦੇ 'ਚ ਜਾਣਾ ਸੀ, ਮੈਨੂੰ ਲੱਗਿਆ ਕਿ ਬਿਨਾਂ ਕਿਤਾਬ ਪੜ੍ਹੇ ਜਾਣਾ ਤਾਂ ਠੀਕ ਨਹੀਂ। ਮੈਂ ਔਨਲਾਈਨ ਕਿਤਾਬ ਮੰਗਵਾਈ, ਥੋੜ੍ਹੇ ਦਿਨ ਸੀ, ਅਤੇ ਜਦੋਂ ਮੈਂ ਪਹਿਲੀ ਸਟੋਰੀ ਹੀ ਪੜ੍ਹੀ ਅਤੇ ਮੇਰੀਆਂ ਅੱਖਾਂ ਭਰ ਆਈਆਂ ਅਤੇ ਮੈਨੂੰ ਲੱਗਿਆ ਕਿ ਕਿਆ ਬਾਤ ਆ, ਇਹ ਕਹਾਣੀ ਪੰਜਾਬੀ 'ਚ ਹੋਣੀ ਚਾਹੀਦੀ ਆ, ਕਿਉਂਕਿ ਜਿਨ੍ਹਾਂ ਬਾਰੇ ਲਿਖੀ ਗਈ ਆ ਜੇ ਇਹ ਕਹਾਣੀ ਉਹਨਾਂ ਤੱਕ ਨਹੀਂ ਪੁੱਜਦੀ ਤਾਂ ਮੈਨੂੰ ਲੱਗਿਆ ਕਿ ਮੈਂ ਇਹਨਾਂ ਦੇ ਪਾਤਰਾਂ ਨੂੰ, ਕਿਉਂਕਿ ਉਹਨਾਂ 'ਚ ਜਿਹੜੇ ਪਾਤਰ ਸੀ, ਬੇਸ਼ੱਕ ਭਾਸ਼ਾ ਅੰਗਰੇਜ਼ੀ ਸੀ ਪਰ ਪਾਤਰ ਤਾਂ ਸਾਡੇ ਨੇੜ ਤੇੜ ਤੋਂ, ਫਗਵਾੜੇ ਤੋਂ, ਹੈ ਨਾ, ਸਾਰੀਆਂ ਚੀਜ਼ਾਂ ਨੇੜੇ ਨੇੜੇ, ਕੋਈ ਜਲੰਧਰ, ਸਾਰੇ ਸ਼ਹਿਰਾਂ ਦੀ ਗੱਲ ਹੋ ਰਹੀ ਆ, ਰੁਲਦੂ ਸੀ, ਫੱਤਾ ਸੀ, ਅਤੇ ਇਹ ਪਾਤਰਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਕਿਤੇ ਦੇਖਿਆ ਹੋਇਆ, ਅਤੇ ਇਹ ਅਨੁਵਾਦ ਹੋਣੀ ਚਾਹੀਦੀ ਪੰਜਾਬੀ 'ਚ। ਔਰ ਦੂਸਰੀ ਮੈਨੂੰ ਇਹ ਵੀ ਲੱਗਿਆ ਕਿ ਇਹ ਸਾਡੇ ਸਿਲੇਬਸਾਂ 'ਚ ਵੀ ਬੱਚਿਆਂ ਨੂੰ ਪੜ੍ਹਾਇਆ ਜਾਣਾ ਚਾਹੀਦਾ। ਉਹਦਾ ਕੀ ਕਾਰਨ ਸੀ, ਮੈਂ ਥੋੜ੍ਹੀ ਜਿਹੀ ਉਹਦੀ ਡਿਟੇਲ ਦੱਸਦਾ ਪਹਿਲੀ ਕਹਾਣੀ ਦੀ, ਕਿਉਂਕਿ 13 ਕਹਾਣੀਆਂ ਆ। ਪਹਿਲੀ ਕਹਾਣੀ ਕਾਫੀ ਵੱਡੀ ਆ, ਉਹਦੇ 2 ਹਿੱਸੇ ਨੇ। ਕਹਾਣੀ ਸ਼ੁਰੂ ਹੁੰਦੀ ਆ ਜੂਨ 47 ਤੋਂ, ਅਜੇ ਪਾਰਟੀਸ਼ਨ ਨਹੀਂ ਹੋਈ। ਉਸ ਵੇਲੇ ਕੀ ਹੋ ਰਿਹਾ ਕਿ ਦੰਗਾ ਫਸਾਦ ਸ਼ੁਰੂ ਹੋ ਚੁੱਕਾ। ਇੱਕ ਡਾਕਟਰ ਜਿਹੜਾ ਕਿ ਲਾਹੌਰ ਦਾ ਪਾਗਲਖਾਨਾ, ਉੱਥੇ ਡਾਕਟਰ ਆ, ਡਿਪਟੀ ਮੈਡੀਕਲ ਸੁਪਰੀਡੈਂਟੈਂਟ ਆ, ਉੱਥੇ ਡਿਊਟੀ ਕਰਨ ਜਾ ਰਿਹਾ ਸਾਈਕਲ 'ਤੇ 47 ਵੇਲੇ, ਅਤੇ ਉਹ ਹਾਲ ਦੇਖਦਾ ਜਾਂਦਾ ਸਾਰਾ ਕਿ ਕਿਸ ਤਰ੍ਹਾਂ ਅੱਗਾਂ ਵੀ ਲੱਗ ਰਹੀਆਂ ਆ। ਪਰ ਉਹ ਪੁੱਜਦਾ, ਜਦੋਂ ਉੱਥੋਂ ਵਾਪਸ ਆਉਂਦਾ ਆ, ਇੱਕ ਸਾਹਮਣੇ ਉਹ ਸਰਦਾਰ ਮੋਟਰਸਾਈਕਲ 'ਤੇ ਆ ਰਿਹਾ ਹੁੰਦਾ, ਉਹਦੇ ਗੋਲੀ ਮਾਰ ਦਿੰਦਾ। ਅਤੇ ਬਹੁਤ ਸੋਹਣਾ ਵਾਕ ਲਿਖਿਆ ਉੱਥੇ ਡਾਕਟਰ ਸਾਹਿਬ ਨੇ ਵੀ ਜਿਹੜੀ ਉਹਦੇ ਗੋਲੀ ਵੱਜੀ ਉਸ ਦੀ ਤਾਂ ਉਹਨੂੰ ਆਵਾਜ਼ ਵੀ ਨਹੀਂ ਸੁਣੀ, ਹੈ ਨਾ, ਕਿ ਆਵਾਜ਼ ਤਾਂ ਦੂਜੇ ਸੁਣਦੇ ਆ, ਗੋਲੀ ਵੱਜੀ, ਪਾਰ ਹੋ ਗਈ ਅਤੇ ਉਹਦੀ ਮੌਕੇ 'ਤੇ ਡੈਥ ਹੋ ਗਈ। ਉਹ ਦੋਨੇ ਬੰਦੇ ਇੱਕ ਦੂਜੇ ਨੂੰ ਕਦੇ ਨਹੀਂ ਮਿਲੇ ਸੀ, ਕਦੇ ਨਹੀਂ ਜਾਣਦੇ ਸੀ, ਉਹਨਾਂ 'ਚ ਕੋਈ ਦੁਸ਼ਮਣੀ ਨਹੀਂ ਸੀ, ਕੋਈ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਸੀ। ਈਵਨ ਇਹ ਵੀ ਨਹੀਂ ਜਾਣਦੇ ਸੀ ਕਿ ਉਹ ਬੰਦਾ ਕੀ ਕੰਮਕਾਰ ਕਰਦਾ ਅਤੇ ਉਹ ਪਹਿਲੀ ਸਟੋਰੀ ਇੱਥੇ ਖਤਮ ਹੁੰਦੀ। ਇਹਦੇ 'ਚ ਬਹੁਤ ਡਿਟੇਲਸ ਨੇ, ਉਹ ਜੇ ਤੁਸੀਂ ਪੜ੍ਹੋਗੇ। ਫਿਰ ਅਗਲਾ ਪਾਰਟ ਚੱਲਦਾ 79 ਦਾ, 32 ਸਾਲ ਬਾਅਦ, ਉਹਦਾ ਦੂਸਰਾ ਹਿੱਸਾ। ਇੱਕ ਸਵਾਰੀ ਉਤਰਦੀ ਆ ਫਗਵਾੜੇ, ਜਿਹੜੀ ਕਿ ਪਾਕਿਸਤਾਨ ਤੋਂ ਬੱਸ ਆਈ ਆ, ਜਿਹੜੀ AC ਬੱਸ ਆ, ਉਹਦੇ 'ਚ ਉਤਰ ਕੇ ਅਤੇ ਉੱਥੇ ਫਗਵਾੜੇ ਜਿਹੜੀਆਂ ਦੁਕਾਨਾਂ, ਵਰਕਸ਼ਾਪ ਆ ਉੱਥੇ ਕਾਰਾਂ ਦੀ ਮੁਰੰਮਤ ਦੀ, ਬਾਹਰਲੀਆਂ ਕਾਰਾਂ ਦੀ, ਉੱਥੋਂ ਕਿਸੇ ਦਾ ਨੇਮ ਪਲੇਟ ਉਹ ਢੂੰਡਦੇ ਉਹ ਉਸ ਬੰਦੇ ਤੱਕ ਪੁੱਜਦਾ ਜਿਹਦਾ ਨਾਮ ਰਮਨੀਕ ਸਿੰਘ ਆ। ਹੁਣ ਉਹ ਕੌਣ ਆ ਬੰਦਾ? ਜਿਹੜਾ ਬੰਦਾ 47 ਵੇਲੇ ਡਾਕਟਰ ਇਕਬਾਲ ਜੁਨੈਦ ਹੁਸੈਨ ਮਾਰਿਆ ਗਿਆ, ਡਿਊਟੀ ਕਰਕੇ ਆ ਰਿਹਾ ਸੀ, ਜਿਹਦੀ ਮੈਂ ਗੱਲ ਕੀਤੀ, ਉਸ ਮੋਟਰਸਾਈਕਲ ਸਵਾਰ ਨੇ, ਸਰਦਾਰ ਨੇ ਗੋਲੀ ਮਾਰਤੀ ਸੀ, ਉੱਥੇ ਉਹ ਮਾਰਿਆ ਜਾਂਦਾ। ਉਹਦਾ ਬੇਟਾ ਆ, ਉਸ ਵੇਲੇ ਉਹਦੀ ਉਮਰ 2 ਮਹੀਨੇ ਦੀ ਸੀ। 32 ਸਾਲ ਬਾਅਦ ਉਹ ਆਪਣੇ ਪਿਤਾ ਦੇ ਕਾਤਲ ਨੂੰ ਲੱਭਣ ਆਉਂਦਾ ਇਸ ਪੰਜਾਬ 'ਚ। ਕੀ ਚੀਜ਼ ਆ ਜਿਹੜੀ ਉਹਨਾਂ ਨੂੰ ਕਨੈਕਟ ਕਰਦੀ ਆ? ਦਰਅਸਲ ਜਦੋਂ ਉੱਥੇ ਉਹ ਗੋਲੀ ਮਾਰਦਾ, ਕਿਉਂਕਿ ਉਸ ਤੋਂ ਬਾਅਦ ਉਹ ਸਰਦਾਰ ਉੱਥੇ ਰੋਣਾ ਸ਼ੁਰੂ ਕਰ ਦਿੰਦਾ, ਉਹਦਾ ਇੱਕ ਆਈ ਕਾਰਡ ਉੱਥੇ ਡਿੱਗ ਪੈਂਦਾ।
ਜਿਹੜੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਗਈਆਂ ਉਹਨਾਂ 'ਚ ਇੱਕ ਆਈ ਕਾਰਡ ਸੀ। ਉਹ ਉਹਦੀ ਮਾਂ ਨੇ ਆਪਣੇ ਬੇਟੇ ਨੂੰ ਦੱਸਿਆ ਵੀ ਆਹ ਉੱਥੋਂ ਮਿਲਿਆ ਸੀ, ਔਰ ਉਹ ਬੇਟੇ ਦੇ ਮਨ 'ਚ ਉਹ ਗੰਢ ਪਈ ਰਹਿੰਦੀ ਆ ਵੀ ਉਹ ਮੈਂ ਆਪਣੇ ਪਿਓ ਦਾ ਕਾਤਲ ਦੇਖਣਾ, ਲੱਭਣਾ, ਉਹਨੂੰ ਪੁੱਛਣਾ ਵੀ ਕਿਉਂ ਮਾਰਿਆ। 32 ਸਾਲਾਂ ਬਾਅਦ ਉਹ ਜਦੋਂ ਉਹਦੇ ਰੂਬਰੂ ਹੁੰਦਾ, ਉਹਨੂੰ ਦੱਸਦਾ ਕਿ ਮੈਂ ਲਾਹੌਰ ਤੋਂ ਆਇਆ, ਤੇ ਜੇਬ 'ਚੋਂ ਇੱਕ ਉਹ ਫਟਿਆ ਜਿਹਾ ਆਈ ਕਾਰਡ ਉਹਦਾ ਕੱਢ ਕੇ ਦਿਖਾਉਂਦਾ, ਜਿਹੜਾ 32 ਸਾਲ ਉਸ ਤੋਂ ਪਹਿਲਾਂ ਡਿੱਗ ਪਿਆ ਸੀ। ਤੇ ਉਹ ਸ਼ੌਕ 'ਚ ਆ ਜਾਂਦਾ ਵੀ ਕੁਝ ਗੜਬੜ ਆ। ਕਾਰਨ ਕੀ ਆ ਕਿ ਰਮਣੀਕ ਸਿੰਘ ਨੂੰ ਇਕੱਲੇ ਨਹੀਂ ਪਤਾ ਕਿ ਮੈਂ ਇੱਕ ਕਤਲ ਕੀਤਾ, ਘਰ 'ਚ ਕੋਈ ਨਹੀਂ ਜਾਣਦਾ। 32 ਸਾਲ ਇੱਕ ਬੰਦਾ ਆਪਣੇ ਅੰਦਰ ਇਹ ਰਾਜ਼ ਦਵਾਈ ਬੈਠਾ ਸੀ ਕਿ ਮੈਂ ਇੱਕ ਕਤਲ ਕੀਤਾ, ਉਹਦਾ ਪਰਿਵਾਰ ਵੀ ਆ, ਸਾਰਾ ਕੁਝ ਚਲੀ ਜਾਂਦਾ, ਪਰ ਉਹਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਡਿਸਟਰਬ ਰਹਿੰਦਾ ਆ, ਸੁਪਨੇ ਆਉਂਦੇ ਆ ਡਰਾਉਣੇ, ਘਰਦਿਆਂ ਨੂੰ ਵੀ ਨਹੀਂ ਪਤਾ ਕੀ ਮਸਲਾ ਆ। ਇੱਕ ਉਹਦੇ ਗੰਢ ਪਈ ਹੋਈ, ਇੱਕ ਉਹ ਜਿਹੜਾ ਪਿਓ ਦੇ ਗੋਲੀ ਮਾਰੀ ਉਹਦੇ ਬੱਚੇ ਦੇ ਗੰਢ ਪਈ ਆ ਕਿ ਮੇਰੇ ਪਿਓ ਨੂੰ ਕਿਸੇ ਨੇ ਮਾਰਿਆ। ਤੇ ਉਹ ਜਦੋਂ ਰੂਬਰੂ ਹੁੰਦੇ ਆ, ਪਹਿਲਾਂ ਤਾਂ ਉਹ ਇਨਕਾਰੀ ਹੁੰਦਾ, ਮੈਂ ਨਹੀਂ ਜਾਣਦਾ ਇਹ ਕੌਣ ਆ, ਤੈਨੂੰ ਕਿਵੇਂ। ਫਿਰ ਉਹ ਦੱਸਦਾ ਵੀ ਭਾਈ ਮੈਂ ਇੱਦਾਂ ਇੱਦਾਂ ਤੈਨੂੰ ਟਰੇਸ ਕੀਤਾ, ਤੁਸੀਂ ਕਹਾਣੀ ਪੜ੍ਹੋਗੇ। ਤੇ ਫਿਰ ਆਖਿਰ 'ਚ ਸਵਾਲ ਉਹਨੂੰ ਕਰਦਾ ਕਿ ਵਾਈ ਡਿਡ ਯੂ ਕਿਲ ਮਾਈ ਫਾਦਰ, ਤੂੰ ਮੇਰੇ ਅੱਬਾ ਨੂੰ ਗੋਲੀ ਕਿਉਂ ਮਾਰੀ ਸੀ। ਔਰ ਉਸ ਤੋਂ ਬਾਅਦ ਉਹਦੇ ਕੋਲ ਕੋਈ ਜਵਾਬ ਨਹੀਂ, ਉਹ ਰੋਂਦਾ ਆ, ਜ਼ਾਰੋ ਜ਼ਾਰ ਰੋਂਦਾ ਆ। ਤੇ ਉਹ 'ਚ ਫਿਰ ਅੱਗੇ ਵਾਕ ਆਉਂਦਾ ਕਿ ਉਹ ਜਦੋਂ ਵੀ ਮੈਂ ਕਹਾਣੀ ਪੜ੍ਹਦਾ ਅਜੇ ਵੀ ਮੈਂ ਉਹ ਤਰਲ ਹੋ ਜਾਂਦਾ ਕਿ ਉਹ ਉਹਨਾਂ ਦਾ ਡਾਇਲੋਗ ਮੇਰੇ ਕੋਲ ਸੁਣਿਆ ਨਹੀਂ ਜਾਂਦਾ ਜਦੋਂ ਰੂਬਰੂ ਹੁੰਦੇ ਆ। ਤੇ ਇਕੱਲੇ ਬੈਠੇ ਆ ਉਹ ਡਰਾਇੰਗ ਰੂਮ 'ਚ, 32 ਸਾਲ ਬਾਅਦ ਬੰਦਾ ਕਨਫੈਸ ਕਰਦਾ ਕਿ ਹਾਂ ਮੈਂ ਗੋਲੀ ਮਾਰੀ ਸੀ। ਕਿਉਂ ਮਾਰੀ ਸੀ ਮੈਨੂੰ ਨਹੀਂ ਪਤਾ, ਮੈਨੂੰ ਨਹੀਂ ਪਤਾ ਉਹ ਕੌਣ ਸੀ। ਤੇ ਮੈਨੂੰ ਲੱਗਿਆ ਕਿ ਇਹ ਜਿਹੜਾ ਕਨਫੈਸ਼ਨ ਆ, ਕਿਉਂਕਿ ਜਿਵੇਂ ਡਾਕਟਰ ਸਾਹਿਬ ਹੋਣਾ ਨੇ ਕਿਹਾ ਕਿ ਗੋਲੀ ਮਾਰਨ ਵਾਲੇ ਵੀ ਅਸੀਂ ਸੀ, ਖਾਣ ਵਾਲੇ ਵੀ ਅਸੀਂ ਸੀ, ਅਸੀਂ ਇੱਕ ਦੂਜੇ ਦੇ ਗੋਲੀਆਂ ਮਾਰੀਆਂ, ਇੱਕ ਦੂਜੇ ਦਾ ਕਤਲੇਆਮ ਕੀਤਾ, ਕੋਈ ਤੀਜੀ ਧਿਰ ਨਹੀਂ ਸੀ। ਪੰਜਾਬੀਆਂ ਨੇ ਇੱਕ ਦੂਜੇ ਦਾ ਕਤਲੇਆਮ ਕੀਤਾ ਮਜ਼ਹਬ ਦੇ ਨਾਂ 'ਤੇ। ਔਰ ਉਹਦਾ ਉਹ ਜਿਹੜਾ ਕਬੂਲਨਾਮਾ, ਮੈਨੂੰ ਲੱਗਦਾ ਕਿ ਕੀ ਹਿੰਸਾ ਨੂੰ ਹਿੰਸਾ ਦੇ ਨਾਲ ਮੁਕਾਇਆ ਜਾ ਸਕਦਾ, ਖੂਨ ਦਾ ਬਦਲਾ ਖੂਨ। ਉਸ ਸਟੋਰੀ 'ਚ ਡਾਕਟਰ ਸਾਹਿਬ ਹੋਣਾ ਨੇ ਬਿਲਡ ਕੀਤਾ ਕਿ ਨਹੀਂ, ਪਹਿਲੀ ਗੱਲ ਡਾਇਲੋਗ ਆ, ਡਾਇਲੋਗ ਹੋਣਾ ਚਾਹੀਦਾ। ਔਰ ਦੂਜੀ ਗੱਲ ਕਨਫੈਸ਼ਨ, ਸਾਨੂੰ ਕਬੂਲ ਕਰਨੇ ਪੈਣੇ ਆ ਅਸੀਂ ਇਹ ਗੁਨਾਹ ਕੀਤੇ, ਸਾਡੇ ਹੱਥ ਪਾਕ ਸਾਫ ਨਹੀਂ, ਸਾਡੇ ਹੱਥ ਖੂਨ 'ਚ ਰੰਗੇ ਹੋਏ ਆ। ਔਰ ਸਾਨੂੰ ਉਹਦੇ 'ਤੇ ਰਿਗਰੈਟ ਕਰਨਾ ਪਊਗਾ, ਪਛਤਾਪ ਕਰਨਾ ਪਊਗਾ, ਔਰ ਸਾਨੂੰ ਮੁਆਫੀ ਕਰਨਾ ਪਊਗਾ ਕਿ ਉਹ ਇੱਕ ਐਸੀ ਢੇਰੀ ਝੁੱਲੀ ਸੀ ਜਿਹਦੇ 'ਚ ਅਸੀਂ ਸਾਰੇ ਹੀ ਉਸ ਲਪੇਟ 'ਚ ਆ ਗਏ ਤੇ ਇਸ ਤਰ੍ਹਾਂ ਦੀ ਕਤਲੋਗਾਰਤ ਕੀਤੀ। ਤੇ ਉਹ ਕਹਾਣੀ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ, ਅਗਲੀਆਂ ਪੀੜ੍ਹੀਆਂ ਨੂੰ ਵੀ ਪੜ੍ਹਾਉਣੀ ਚਾਹੀਦੀ ਆ। ਔਰ ਦੂਜੀ ਗੱਲ ਆ ਕਿ ਜਿਉਂ-ਜਿਉਂ ਮੈਂ ਅੱਗੇ ਪੜ੍ਹਦਾ ਗਿਆ ਮੇਰਾ ਇੰਟਰਸਟ ਬਣਦਾ ਗਿਆ, ਤੇ ਉਹਦੇ 'ਚੋਂ ਇੱਕ ਲੌਜਿਕ ਬਿਲਡ ਹੁੰਦਾ ਕਿਤਾਬ 'ਚੋਂ, ਜਿਹੜੀ ਗੱਲ ਸਮਝ ਆਉਂਦੀ ਆ ਕਿ ਪਾਰਟੀਸ਼ਨ ਜਿਹੜੀ ਆ 1947 'ਚ ਨਹੀਂ ਹੋਈ, ਇਹ ਲਗਾਤਾਰ ਹੋ ਰਹੀ ਹੈ। ਇਹ ਇਸ ਤਰ੍ਹਾਂ ਨਹੀਂ ਹੈਗਾ ਕਿ 1947 'ਚ ਇੰਨੇ ਤੈਨੂੰ ਇਹ ਪਾਰਟੀਸ਼ਨ ਹੋਈ ਤੇ ਖਤਮ ਹੋ ਗਈ। ਪਾਰਟੀਸ਼ਨ ਪੰਜਾਬੀਆਂ ਦੇ ਨਾਲ ਲਗਾਤਾਰ ਤੁਰ ਰਹੀ ਆ। ਉਹ ਇੰਨੀਆਂ ਅੰਦਰ ਉਹਨਾਂ ਦੇ ਮਾਨਸਿਕ ਗੰਢਾਂ ਨੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਲੇਡੀ ਨੂੰ 20 ਸਾਲ ਬਾਅਦ ਚੀਜ਼ਾਂ ਦਿਸਣ ਲੱਗ ਪੈਂਦੀਆਂ, 10 ਸਾਲ ਬਾਅਦ ਉਹਦੀ ਅਗਲੀਆਂ ਪੀੜ੍ਹੀਆਂ ਨੂੰ ਦਿਸਣ ਲੱਗ ਪੈਂਦੀਆਂ ਕਿ ਉਹ ਜਿਹੜਾ ਪਾਗਲਪਨ ਆ, ਉਹ ਜਿਹੜਾ ਟਰੌਮਾ ਆ, ਉਹ ਜਿਹੜਾ ਸਦਮਾ ਆ, ਉਹਦੀਆਂ ਗੰਢਾਂ ਕਿਤੇ ਬਹੁਤ ਗਹਿਰੀਆਂ ਅੰਦਰ ਪਈਆਂ ਹੋਈਆਂ, ਤੇ ਉਹ ਸਾਨੂੰ ਚੀਜ਼ਾਂ ਦਿਸਦੀਆਂ। ਇਹਨਾਂ ਕਹਾਣੀਆਂ 'ਚ ਬਹੁਤ ਆਵਾਜ਼ਾਂ ਆ ਜਿਹੜਿਆਂ ਨੂੰ ਤੁਸੀਂ ਧਿਆਨ ਨਾਲ ਸੁਣ ਸਕਦੇ ਹੋ, ਆਵਾਜ਼ਾਂ ਸੁਣਾਈ ਦਿੰਦੀਆਂ। ਤੇ ਜਦੋਂ ਕਹਾਣੀ ਆਖਰੀ ਜਿਹੜੀ ਕਹਾਣੀ ਆ, ਮੈਂ ਉਹਦੇ 'ਤੇ ਲਿਆ ਕੇ ਗੱਲ ਖਤਮ ਕਰਦਾ ਕਿ ਉਹ ਰੁਲਦੇ ਦੀ ਪਾਗਲਖਾਨਿਓਂ ਵਾਪਸੀ, ਉਹ ਕਹਾਣੀ 84 ਤੇ ਆ ਕੇ ਮੁੱਕਦੀ ਆ। ਨਵੰਬਰ 84 ਦਿੱਲੀ 'ਚ ਅੱਗਾਂ ਲੱਗ ਰਹੀਆਂ, ਉਦੋਂ ਰੁਲਦਾ ਜਿਹੜਾ ਕਿ 47 ਵੇਲੇ ਦਾ ਜੇਲ੍ਹ 'ਚ ਇੱਕ ਪਾਗਲ ਦੇ ਤੌਰ 'ਤੇ ਬੰਦ ਸੀ, ਉਹਦਾ ਕੋਈ ਪੁਰਾਣਾ ਰਿਸ਼ਤੇਦਾਰ ਉਹਨੂੰ ਲੈ ਕੇ ਜਾ ਰਿਹਾ, ਤੇ ਅਚਾਨਕ ਉੱਥੇ ਨਾਅਰੇ ਲੱਗ ਰਹੇ ਆ, ਖੂਨ ਦਾ ਬਦਲਾ ਖੂਨ। ਉਹੀ ਪਾਗਲਪਨ ਜਿਹੜਾ ਉਹਨੇ ਲਾਹੌਰ 47 ਵੇਲੇ ਦੇਖਿਆ ਸੀ, ਉਹੀ ਦਿੱਲੀ ਦੇਖ ਰਿਹਾ ਪਾਗਲਖਾਨੇ ਤੋਂ ਬਾਹਰ ਆ ਕੇ। ਤੇ ਉਹ ਇੰਨਾ ਜ਼ਿਆਦਾ ਘਬਰਾ ਜਾਂਦਾ ਕਿਉਂਕਿ ਉਹ ਪਾਗਲਖਾਨੇ 'ਚ ਇੰਨਾ ਸੇਫ ਮਹਿਸੂਸ ਕਰਦਾ ਸੀ। ਉਹਨੂੰ ਲੱਗਿਆ ਕਿ ਆਹ ਜਿਹੜੀ ਦੁਨੀਆ 'ਚ ਆ ਕੇ ਮੈਂ ਇੰਨਾ ਅਨਸੇਫ ਆ ਤੇ ਕੋਈ ਇੱਥੇ ਮੈਂ ਮਹਿਫੂਜ਼ ਨਹੀਂ। ਉਹ ਇੰਨਾ ਘਬਰਾ ਜਾਂਦਾ, ਇੱਕ ਟੈਕਸੀ ਆ ਕੇ ਉਹਦੇ ਕੋਲ ਰੁਕਦੀ ਆ ਤੇ ਟੈਕਸੀ ਵਾਲਾ ਨੂੰ ਸਵਾਲ ਕਰਦਾ ਕਿੱਥੇ ਜਾਣਾ। ਉਹ ਕਹਿੰਦਾ ਇੱਥੇ ਕੋਈ
ਪਾਗਲਖਾਨਾ ਹੈ, ਮੈਨੂੰ ਉੱਥੇ ਲੈ ਚੱਲ। ਠੀਕ ਹੈ, ਇਸ ਕਰਕੇ ਜਿੱਥੋਂ ਉਹ ਗੱਲ ਸ਼ੁਰੂ ਹੁੰਦੀ ਆ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਸ ਪਾਰਟੀਸ਼ਨ ਦੇ ਜਿਨ੍ਹਾਂ ਕਾਰਨਾਂ ਕਰਕੇ ਹੋਈ ਸੀ, ਉਹ ਕਾਰਨ ਅਜੇ ਵੀ ਸਾਡੇ 'ਚ ਕਿਤੇ ਤੁਰੇ ਫਿਰਦੇ ਆ। ਅਤੇ ਜੇ ਅਸੀਂ ਪੀੜ੍ਹੀਆਂ ਨੂੰ ਨਹੀਂ ਸਿਖਾਵਾਂਗੇ ਵੀ ਅਸੀਂ ਡਾਇਲੋਗ ਕਰਨਾ ਆ, ਅਸੀਂ ਮੁਆਫ ਵੀ ਕਰਨਾ ਆ, ਅਸੀਂ ਕੀਤੇ ਗੁਨਾਹਾਂ ਨੂੰ ਕਬੂਲ ਵੀ ਕਰਨਾ ਆ, ਅਤੇ ਫਿਰ ਤਾਂ ਹਿੰਸਾ ਦਰ ਹਿੰਸਾ ਉਹਦਾ ਕੋਈ ਅੰਤ ਨਹੀਂ। ਬ੍ਰੇਕ ਦੇ ਇਸ ਪਾਰ ਤੁਹਾਡਾ ਸਵਾਗਤ ਹੈ। ਜਦੋਂ ਸਾਹਿਤਕ ਤੰਦਾਂ ਦੇ ਸਫ਼ਰ ਦੀ ਬਾਤ ਅਸੀਂ ਵਿਰਾਸਤੀ ਤੇ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਤੁਹਾਡੇ ਨਾਲ ਪਾ ਰਹੇ ਹਾਂ ਔਰ ਪੁਸਤਕਾਂ ਦੇ ਉੱਤੇ ਚਰਚਾ ਹੋ ਰਹੀ ਹੈ, ਸਾਹਿਤਕਾਰੀ ਦੀ ਉਹ ਖਾਸ ਬਿਰਤਾਂਤ ਜਾਂ ਖਾਸ ਇੱਕ ਦਰਦ ਜਿਹੜਾ ਹੈ, ਪੰਜਾਬ ਦਾ ਵੰਡਿਆ ਜਾਣਾ, ਪੰਜਾਬ ਦਾ ਅਲੱਗ ਹਿੱਸਿਆਂ ਦੇ ਵਿੱਚ ਹੋ ਜਾਣਾ, ਮਨੁੱਖ ਦੁਆਰਾ ਉਦੋਂ ਕਿਸ ਤਰੀਕੇ ਨਾਲ ਕੀਤਾ ਗਿਆ ਘਾਣ, ਉਹ ਦਰਦ, ਉਸ ਘਾਣ ਤੋਂ ਬਾਅਦ ਉਪਜੀ ਹੋਈ ਪੀੜਾ, ਉਹ ਪੀੜਾ ਚਾਹੇ ਕਿਸੇ ਔਰਤ ਨੇ ਹੰਢਾਈ ਹੋਵੇ, ਕਿਸੇ ਬੱਚੇ ਨੇ, ਕਿਸੇ ਬਜ਼ੁਰਗ ਨੇ, ਕਿਸੇ ਭਰ ਜਵਾਨ ਨੇ ਹੰਢਾਈ ਹੋਵੇ, ਜਿਨ੍ਹਾਂ ਨੇ ਆਪਣੇ ਘਰ ਛੱਡ ਦਿੱਤੇ, ਪਿੰਡ ਛੱਡ ਦਿੱਤੇ, ਜੱਦੀ ਥਾਵਾਂ ਛੱਡ ਦਿੱਤੀਆਂ, ਉਹਨਾਂ ਨਾਲ ਕੀ ਵਾਪਰਿਆ। ਪੰਜਾਬ ਦਾ ਸਮਰੱਥ ਕਹਾਣੀਕਾਰ ਹੈ ਸਾਂਵਲ ਧਾਮੀ। ਸਾਂਵਲ ਧਾਮੀ ਨੇ ਬਹੁਤ ਵੱਡਾ ਕੰਮ ਕੀਤਾ। ਸਾਂਵਲ ਧਾਮੀ ਨੇ ਪੰਜਾਬ ਦੀਆਂ ਉਹ ਟੱਬਰ ਲੱਭਣੇ ਸ਼ੁਰੂ ਕੀਤੇ ਜਿਨ੍ਹਾਂ ਦਾ ਸਿੱਧੇ ਤੌਰ ਦੇ ਉੱਤੇ ਸੰਬੰਧ ਪੰਜਾਬ ਦੀ ਵੰਡ ਨਾਲ ਸੀ। ਉਹਨਾਂ ਟੱਬਰਾਂ ਦਾ ਦੁੱਖ, ਉਹਨਾਂ ਟੱਬਰਾਂ ਦੇ ਦਰਦ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਸਾਂਵਲ ਧਾਮੀ ਦਾ ਖਿਆਲ ਕਿਵੇਂ ਜੁੜਦਾ ਹੈ ਸਾਹਿਤਕਾਰੀ ਦੀ ਇਸ ਖਾਸ ਇੱਕ ਜਿਹੜੀ ਸਿਨਫ ਹੈ ਕਿ ਵੰਡ ਦੇ ਦੁਖਾਂਤ, ਉਸ ਦੇ ਦਰਦ ਨੂੰ ਉਭਾਰਿਆ ਜਾਵੇ। ਗੁਰਤੇਜ ਕਹਾਰਵਾਲਾਂ ਦੇ ਸਵਾਲ, ਸਾਂਵਲ ਧਾਮੀ ਕੀ ਸੋਚਦੇ ਨੇ, ਸਾਂਵਲ ਧਾਮੀ ਨੇ ਕਿਵੇਂ ਸੋਚਿਆ ਕਿ ਵੰਡ ਦੇ ਦੁਖਾਂਤ ਨੂੰ ਸਾਹਿਤਕਾਰੀ ਦੇ ਰਾਹੀਂ ਤੁਹਾਡੇ ਸਾਹਮਣੇ ਰੱਖਿਆ ਜਾਵੇ, ਉਹ ਚਾਹੇ ਕਹਾਣੀ ਦੇ ਰੂਪ ਦੇ ਵਿੱਚ ਹੋਵੇ ਤੇ ਜਾਂ ਫਿਰ ਮੁਲਾਕਾਤਾਂ, ਜਿਹੜੇ ਪੀੜਤ ਨੇ ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ ਸਾਂਵਲ ਧਾਮੀ ਕੀ ਸੋਚਦੇ ਨੇ। ਆਓ ਸਾਹਿਤਕ ਤੰਦਾਂ ਦੇ ਇਸ ਸਫ਼ਰ ਦੇ ਵਿੱਚ ਤੁਹਾਨੂੰ ਸਾਂਵਲ ਧਾਮੀ ਹੋਰਾਂ ਦੀ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਸੁਣਾਉਂਦੇ ਆ ਸਿੱਧੀ ਸਟੇਜ ਤੋਂ। ਇਸ ਸੈਸ਼ਨ ਦੇ ਅੰਦਰ ਜਿਹੜੇ ਸਾਡੇ ਦੂਸਰੇ ਮਹੱਤਵਪੂਰਨ ਲੇਖਕ ਨੇ, ਪੰਜਾਬੀ ਦੇ ਬਹੁਤ ਬਿਹਤਰੀਨ ਕਹਾਣੀਕਾਰ ਸਾਂਵਲ ਧਾਮੀ ਨੇ, ਜਿਨ੍ਹਾਂ ਦੀ ਦੇਸ਼ ਦੀ ਵੰਡ ਬਾਰੇ ਇੱਕ ਬਹੁਤ ਮਹੱਤਵਪੂਰਨ ਕਹਾਣੀ, ਮੌਲਿਕ ਕਹਾਣੀ ਮੱਲਮ, ਅਤੇ ਉਸ ਤੋਂ ਬਾਅਦ ਅਨੇਕ ਕਹਾਣੀਆਂ ਉਹਨਾਂ ਦੀਆਂ ਤੂੰ ਨਿਹਾਲਾ ਨਾ ਬਣੀ, ਪੈਂਜੀ ਦੇ ਫੁੱਲ ਵਰਗੀਆਂ ਅਨੇਕ ਕਹਾਣੀਆਂ ਜਿਹਦੇ ਵਿੱਚੋਂ ਬਹੁਤ ਸਮਰੱਥ ਬਿਰਤਾਂਤਕਾਰ ਦੇ ਤੌਰ 'ਤੇ, ਪੰਜਾਬੀ ਦੇ ਗਲਪਕਾਰ ਦੇ ਤੌਰ 'ਤੇ ਸਥਾਪਿਤ ਹੁੰਦੇ ਆ। ਸਾਂਵਲ ਧਾਮੀ ਹੋਰਾਂ ਦਾ ਇੱਕ ਜਿਹੜਾ ਹੋਰ ਦਿਲਚਸਪ ਕੰਮ ਹੈ ਉਹ ਇਹ ਹੈ ਕਿ ਪੰਜਾਬ ਦੇ ਜਿਹੜੇ ਇਸ ਵੰਡਾਰੇ ਦੇ ਦੌਰਾਨ, ਪੰਜਾਬ ਦੇ ਇਸ ਉਜਾੜੇ ਦੇ ਦੌਰਾਨ ਜਿਹੜੇ ਪਰਿਵਾਰ, ਜਿਹੜੇ ਲੋਕ ਵਿਛੜ ਗਏ, ਉਹਨਾਂ ਨੂੰ ਉਹ ਪੂਰੇ ਪੰਜਾਬ ਦੇ ਅੰਦਰੋਂ ਲੱਭ ਕੇ ਉਹਨਾਂ ਦੀਆਂ ਕਹਾਣੀਆਂ ਨੂੰ ਨੋਟ ਕਰਦੇ ਨੇ, ਉਹਨਾਂ ਕਹਾਣੀਆਂ ਨੂੰ ਆਪਣੇ ਚੈਨਲ 47 ਨਾਮਾਂ ਦੇ ਅੰਦਰ ਪ੍ਰਕਾਸ਼ਿਤ ਕਰਦੇ ਨੇ। ਅਤੇ ਇਹ ਜਿਹੜੀ ਸੀਰੀਜ਼ ਲਿਖਤੀ ਰੂਪ 'ਚ ਉਹਨਾਂ ਨੇ ਇੱਕ ਪੰਜਾਬੀ ਦੇ ਵੱਡੇ ਅਖਬਾਰ ਦੇ ਅੰਦਰ ਸ਼ੁਰੂ ਕੀਤੀ, ਉਹਦਾ ਇੱਕ ਸੰਗ੍ਰਹਿ ਹੈ ਕਿ 38 ਉਹਨਾਂ ਨੇ ਇਸ ਤਰ੍ਹਾਂ ਦੇ ਕਥਾ ਬਿਰਤਾਂਤ ਪੰਜਾਬ ਦੇ, ਇਹ ਹਾਲਾਂਕਿ ਮੁੱਕੇ ਨਹੀਂ ਹੈ, ਇਸ ਕਿਤਾਬ ਦਾ ਸ਼ਾਇਦ ਦੂਸਰਾ ਹਿੱਸਾ ਵੀ ਇਸ ਤੋਂ ਬਾਅਦ ਆਵੇ। ਇਸ ਕਿਤਾਬ ਨੂੰ ਦੁੱਖੜੇ ਸੰਨ 47 ਦੇ ਨੂੰ ਨੈਸ਼ਨਲ ਬੁੱਕ ਟਰਸਟ ਨੇ ਪੰਜਾਬੀ ਦੇ ਅੰਦਰ ਛਾਪਿਆ, ਉਹ ਜਿਹੜੀ ਸੀਰੀਜ਼ ਇਹ ਲਿਖ ਰਹੇ ਨੇ। ਤਾਂ ਮੈਂ ਸਾਂਵਲ ਧਾਮੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਜਿਹੜੇ 47 ਦੇ ਦੁੱਖੜਿਆਂ ਦੀ ਇੱਕ ਲੜੀ ਹੈ, ਇਹਨੂੰ ਤੁਸੀਂ ਕਿਸ ਰੂਪ ਵਿੱਚ ਪਕੜਿਆ ਔਰ ਕਦੋਂ ਤੁਹਾਨੂੰ ਲੱਗਿਆ ਕਿ ਤੁਸੀਂ ਇਹਨਾਂ ਦੁੱਖਾਂ ਦੇ ਨਾਲ ਮਨੋਂ ਜੁੜੇ ਹੋਏ ਹੋ ਅਤੇ ਤੁਹਾਡੇ ਲਿਖਣ ਵਿੱਚ ਜਾਂ ਤੁਹਾਡੇ ਲਿਖਣ ਦੀ ਇੱਕ ਜਿਹੜੀ ਸ਼ੈਲੀ ਹੈ ਉਹਦੇ ਅੰਦਰ ਇਹਨਾਂ ਕਹਾਣੀਆਂ ਨੇ ਆਉਣਾ। ਇਹ ਸਾਰਾ ਜਿਹੜਾ ਉਹਨਾਂ ਦੇ ਅੰਦਰ ਇੱਕ ਭਾਵ ਬਣਿਆ ਹੋਇਆ ਇਸ ਸਾਰੀ ਗੱਲ ਨੂੰ ਲੈ ਕੇ, ਉਹਨੂੰ ਇਹਨਾਂ ਨੇ ਕਿਵੇਂ ਪਛਾਣਿਆ ਅਤੇ ਕਦੋਂ ਇਹਨਾਂ ਨੇ ਜਾਂ ਕਿਸ ਰੂਪ 'ਚ ਇਸ ਨੂੰ ਲਿਖਣਾ ਸ਼ੁਰੂ ਕੀਤਾ? ਜੀ, ਇਹਦੀ ਸ਼ੁਰੂਆਤ ਅਚੇਤ ਹੋਈ। ਨਹੀਂ ਸੋਚਿਆ ਸੀ ਕਿ ਮੈਂ ਪਾਰਟੀਸ਼ਨ ਦੇ ਇਸ ਵਿਸ਼ੇ ਨਾਲ ਜੁੜ ਜਾਵਾਂਗਾ ਜਾਂ ਇੱਕ ਮੈਨੂੰ ਸੁਦਾ ਜਿਹਾ ਹੋ ਜਾਊਗਾ, ਚੱਲ ਕੁੱਦੂਗਾ ਕਿ ਮੈਂ ਜਿੱਥੇ ਵੀ ਬਜ਼ੁਰਗ ਵੇਖੂੰਗਾ ਉਹਨੂੰ ਇਹ ਸਵਾਲ ਕਰੂੰਗਾ ਕਿ ਤੁਸੀਂ ਪੰਜਾਬ ਦੀ ਵੰਡ ਵੇਖੀ ਹੈ। ਹੌਲੀ ਹੌਲੀ ਕਈ ਕਾਰਨ ਇਸ ਸਵਾਲ ਦੇ ਉੱਤਰ ਵਜੋਂ ਜੇ ਮੈਂ ਸੰਖੇਪ 'ਚ ਦੱਸਾਂ, ਸਭ ਤੋਂ ਪਹਿਲਾਂ ਤਾਂ ਜਿਸ ਘਰ ਦੇ ਵਿੱਚ ਮੇਰਾ ਜਨਮ ਹੋਇਆ
ਮੇਰੇ ਬਜ਼ੁਰਗ ਦੱਸਦੇ ਸੀ ਕਿ ਕਦੀ ਉਸ ਘਰ ਦੇ ਵਿਚਕਾਇਓਂ ਇੱਕ ਗਲੀ ਲੰਘਦੀ ਸੀ, ਫਿਰ ਉਹ ਗਲੀ ਨੂੰ ਮੱਲ ਲਿਆ ਗਿਆ, ਉਹਦੇ ਬੱਟੇ ਥਾਂ ਮੂਹਰੇ ਛੱਡ ਦਿੱਤਾ ਗਿਆ, ਲੇਕਿਨ ਉਸ ਗਲੀ ਦੇ ਇੱਕ ਖੂੰਜੇ ਇੱਕ ਘਰ ਹੁੰਦਾ ਸੀ ਮੁਸਲਮਾਨ ਔਰਤ ਦਾ। ਮੇਰੀ ਦਾਦੀ ਦੱਸਦੀ ਹੁੰਦੀ ਸੀ ਕਿ ਉਹ ਵੀਰਵਾਰ ਨੂੰ ਇੱਕ ਚਿਰਾਗ ਜਗਾਉਂਦੀ ਹੁੰਦੀ ਸੀ। ਸਿਆਲ ਦੀਆਂ ਰਾਤਾਂ ਦੇ ਵਿੱਚ ਮੈਂ ਦਾਦੀ ਕੋਲ ਸੌਂਦਾ ਅਤੇ ਬਿਲਕੁਲ ਉਹੀ ਥਾਂ ਸੀ, ਉਹੀ ਕੋਠੜੀ ਸੀ ਜਿੱਥੇ ਉਹ ਮੁਸਲਮਾਨ ਔਰਤ ਹਫ਼ਤੇ ਬਾਅਦ ਦੀਵਾ ਜਗਾਉਂਦੀ ਸੀ। ਤੁਸੀਂ ਯਕੀਨ ਕਰਨਾ ਮੇਰੀ ਗੱਲ ਦਾ, ਉਹ ਦੀਵਾ ਮੇਰੇ ਅੰਦਰ ਪਤਾ ਨਹੀਂ ਕਦੋਂ ਜਗਣ ਲੱਗ ਪਿਆ, ਬਲਣ ਲੱਗ ਪਿਆ। ਮੈਂ ਮਹਿਸੂਸ ਕਰਨ ਲੱਗ ਪਿਆ ਕਿ ਮੇਰੀ ਦਾਦੀ ਹੀ ਉਹ ਔਰਤ ਆ, ਉਹ ਦੀਵਾ ਬਲ ਰਿਹਾ, ਔਰ ਉਹ ਔਰਤ ਨਾਲ ਮੇਰਾ ਕੋਈ ਰਿਸ਼ਤਾ। ਨੰਬਰ 1। ਨੰਬਰ 2, ਸਾਡੇ ਘਰ ਦੇ ਵਿੱਚ ਜਦੋਂ ਕੋਈ ਸ਼ਰਾਰਤ ਕਰਦਾ ਬੱਚਾ ਅਤੇ ਉਹਨੂੰ ਕਿਹਾ ਜਾਂਦਾ ਇਹ ਤਾਂ ਤਾਲਬ ਆ। ਸ਼ਰਾਰਤੀ ਸਭ ਤੋਂ ਵੱਧ ਮੈਂ ਸੀ। ਮੇਰੇ ਦਾਦੇ ਨੇ ਮੈਨੂੰ ਅਕਸਰ ਕਹਿਣਾ ਇਹ ਤਾਂ ਮੇਰਾ ਤਾਲਬ ਆ। ਫਿਰ ਮੈਂ ਤਾਲਬ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਪਤਾ ਲੱਗਾ ਕਿ ਸਾਡੇ ਪਿੰਡ ਦੇ ਮੀਰ ਆਲਮ ਨੱਥੂ ਛੱਜੂ, ਜਿਹੜੇ ਕਿ ਬੜੇ ਆਪਣੇ ਵੇਲੇ ਦੇ ਮਸ਼ਹੂਰ ਨਕਲੀਏ ਹੋਏ ਨੇ, ਉਹਨਾਂ ਦਾ ਇੱਕ ਪੁੱਤਰ ਸੀਗਾ ਤਾਲਬ। ਤਾਲਬ ਇੱਕ ਬਹੁਤ ਵੱਡਾ ਸਮਰੱਥ ਕਲਾਕਾਰ ਸੀ। ਉਹਦੀਆਂ ਕਈ ਕਹਾਣੀਆਂ ਸਾਡੇ ਪਿੰਡ ਦੇ ਵਿੱਚ ਹਾਲੇ ਵੀ ਚੱਲਦੀਆਂ, ਪੌਣੀ ਸਦੀ ਬੀਤ ਗਈ ਹੈ। ਉਹਦੇ ਬਾਰੇ ਇੱਕ ਗੱਲ ਤਾਂ ਬੜੀ ਵੱਡੀ ਹੈ, ਮਸ਼ਹੂਰ ਹੈ ਕਿ ਇੱਕ ਵਾਰ ਉਹ ਭੇਸ ਬਦਲ ਕੇ ਆਪਣੇ ਘਰ ਆ ਗਿਆ ਸੀ ਅਤੇ ਉਹਦੀ ਮਾਂ ਨੇ ਵੀ ਉਹਨੂੰ ਪਹਿਚਾਣਿਆ ਨਹੀਂ ਸੀ। ਸੋ ਕਈ ਵਾਰ ਇੱਕ ਵਾਰ ਉਹ ਥਾਣੇਦਾਰ ਬਣ ਕੇ ਆ ਗਿਆ ਘੋੜੀ 'ਤੇ ਸਵਾਰ ਹੋ ਕੇ, ਅਤੇ ਜਿਹੜਾ ਪਿੰਡ ਦਾ ਚੌਂਕੀਦਾਰ ਸੀ, ਖੈਰੂ ਚੌਂਕੀਦਾਰ, ਉਹਨੇ ਉਹਨੂੰ ਪਹਿਚਾਣਿਆ ਨਹੀਂ। ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ। ਨੰਬਰ 1 ਉਹ ਬਜ਼ੁਰਗ ਔਰਤ, ਫਿਰ ਤਾਲਿਬ। ਫਿਰ ਇੱਕ ਦੂਜੀ ਗੱਲ ਇਹ ਬਣੀ ਕਿ ਮੇਰੇ ਦਾਦਾ ਜੀ ਫਰੀਡਮ ਫਾਈਟਰ ਸੀ, ਉਹਨਾਂ ਦੇ ਵੱਡੇ ਭਾਈ ਵੀ ਫਰੀਡਮ ਫਾਈਟਰ ਸੀਗੇ। ਕਦੀ ਕਦੀ ਉਹ ਲੀਡਰਾਂ ਨੂੰ ਗਾਲ ਕੱਢਦੇ ਹੁੰਦੇ ਸੀ। ਜੋ ਦੁਰਦਸ਼ਾ ਦੇਸ਼ ਦੀ ਹੋਈ, ਜਾਂ ਜੋ ਪੰਜਾਬ ਦੀ ਵੰਡ ਹੋਈ, ਜਾਂ ਜੋ ਉਹਨਾਂ ਨੇ ਸੁਪਨੇ ਲਏ ਸੀ ਉਹਨਾਂ ਦੀ ਪੂਰਤੀ ਨਹੀਂ ਹੋਈ, ਇਹ ਵੀ ਮੇਰੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਸੁਲਗਦੀ ਰਹੀ। ਸੋ ਕਈ ਗੱਲਾਂ ਇਕੱਠੀਆਂ ਹੋ ਗਈਆਂ। ਫਿਰ ਜਦੋਂ ਹੋਸ਼ ਸੰਭਾਲੀ ਅਤੇ ਸਾਡੇ ਪਿੰਡ ਦੇ ਬਿਲਕੁਲ ਨਾਲ ਲੱਗਦਾ ਇੱਕ ਪਿੰਡ ਹੈ ਚੱਕ ਗੁੱਜਰਾਂ, ਜਿਹੜਾ ਨਿਰੋਲ ਮੁਸਲਮਾਨਾਂ ਦਾ ਪਿੰਡ ਸੀ, ਅਤੇ 47 ਤੋਂ ਬਾਅਦ ਬਿਨਾਂ ਸ਼ੱਕ ਉੱਥੇ ਲਹਿੰਦੇ ਪੰਜਾਬ ਤੋਂ ਹਿਜਰਤ ਕਰਕੇ ਲੋਕ ਆਏ ਸੀ। ਬਿਲਕੁਲ ਉਸੇ ਵਸੀਮੇ ਦੇ ਉੱਤੇ ਸਾਡੇ ਖੇਤ ਸੀਗੇ, ਅਤੇ ਮੇਰੀ ਡਿਊਟੀ ਲੱਗਦੀ ਸੀ ਕਿ ਵਾਢੀਆਂ ਦੇ ਦਿਨਾਂ ਦੇ ਵਿੱਚ ਮੈਂ ਜਿਹੜੇ ਕਿਰਤੀ ਲੋਕ ਸੀ ਉਹਨਾਂ ਨੂੰ ਪਾਣੀ ਪਿਲਾਉਂਦਾ ਹੁੰਦਾ ਸੀਗਾ, ਜਾਂ ਉਹਨਾਂ ਦੀ ਚਾਹ ਦਾ ਖਿਆਲ ਰੱਖਣਾ, ਅਤੇ ਨਾਲ ਨਾਲ ਉਦੋਂ ਪੇਪਰਾਂ ਦੇ ਦਿਨ ਹੁੰਦੇ ਆ, ਨਾਲ ਨਾਲ ਆਪਣੀ ਕਿਤਾਬ ਲੈ ਕੇ ਉੱਥੇ ਪੜ੍ਹਨਾ ਵੀ। ਸੋ ਪਾਣੀ ਲੈਣ ਲਈ ਮੈਨੂੰ ਨਾਲ ਦੇ ਪਿੰਡ ਚੱਕ ਗੁੱਜਰਾਂ ਜਾਣਾ ਪੈਂਦਾ। ਉੱਥੇ ਇੱਕ ਬਜ਼ੁਰਗ ਮੈਨੂੰ ਮਿਲਦਾ, ਹਮੇਸ਼ਾ ਵਾਂਗ ਮੰਜੀ 'ਤੇ ਬੈਠਾ, ਅਤੇ ਮੈਂ ਉਹਨੂੰ ਇੱਕ ਸਰਸਰੀ ਜਿਹੀ ਸਿਰ ਝੁਕਾ ਕੇ ਪਾਣੀ ਭਰਦਾ ਮੁੜਿਆ ਆਉਂਦਾ। ਉਹ ਹਮੇਸ਼ਾ ਹੀ ਮੈਨੂੰ ਪੁੱਛਦਾ ਤੂੰ ਕਿਹਦਾ ਪੁੱਤ ਆ। ਉਹ ਗੱਲ ਕਰਨੀ ਚਾਹੁੰਦਾ, ਪਰ ਮੇਰੇ ਕੋਲ ਇੰਨਾ ਵਕਤ ਨਹੀਂ ਸੀ। ਇੱਕ ਦਿਨ ਮੈਂ ਸੋਚਿਆ ਵੀ ਕੁਝ ਗੱਲਾਂ ਕੀਤੀਆਂ ਜਾਣ। ਮੈਂ ਉਹਨਾਂ ਨੂੰ, ਬਜ਼ੁਰਗਾਂ ਨੂੰ, ਉਹਨਾਂ ਦਾ ਪਿੰਡ ਪੁੱਛ ਬੈਠਾ। ਉਹ ਬਜ਼ੁਰਗ ਯਕਦਮ ਉਦਾਸ ਹੋ ਗਿਆ ਅਤੇ ਮੈਨੂੰ ਆਖਣ ਲੱਗਾ ਕਿ ਮੈਂ ਕਿਹੜੇ ਪਿੰਡ ਦਾ ਨਾਂ ਲਵਾਂ, ਤੀਹ ਚੱਕ ਦਾ ਨਾਂ ਲਵਾਂ, ਕਰਾਂਗਣੀ ਦਾ ਨਾਂ ਲਵਾਂ, ਚੱਕ ਗੁੱਜਰਾਂ ਦਾ ਨਾਂ ਲਵਾਂ, ਮੈਨੂੰ ਨਹੀਂ ਪਤਾ ਮੇਰਾ ਪਿੰਡ ਕਿਹੜਾ। ਸੋ ਉਹ ਦਰਦ ਜਿਹਦੀ ਪੈੜ ਮੈਂ ਬਚਪਨ ਤੋਂ ਦੇਖਦਾ ਆਇਆ ਸੀ, ਉਹ ਜਿਹੜੇ ਪਿੰਡ ਦੇ ਖੋਲੇ ਗੈਰ ਹਾਜ਼ਰ ਲੋਕਾਂ ਦੀ ਗਵਾਹੀ ਭਰਦੇ ਸੀ, ਉਹ ਜੋ ਮੇਰੇ ਬਾਬਿਆਂ ਦੀਆਂ ਕਹਾਣੀਆਂ, ਉਹ ਸਾਰਾ ਕੁਝ ਮੇਲ ਕੇ ਜਦੋਂ ਮੈਂ ਬਜ਼ੁਰਗ ਦੇ ਦਰਦ ਨੂੰ ਉਸ ਪ੍ਰਸੰਗ ਵਿੱਚ ਵਾਚਿਆ ਅਤੇ ਮੈਨੂੰ ਲੱਗਿਆ ਆਹ ਜਿਹੜਾ ਦਰਦ ਆ, ਖੇਤਾਂ 'ਚ ਬੈਠੇ ਅੰਬ ਦੀ ਛਾਵੇਂ ਟੁੱਟੀ ਜਿਹੀ ਮੰਜੀ 'ਤੇ ਬਜ਼ੁਰਗ ਦਾ, ਇਹ ਸੁਣਨਾ ਬਣਦਾ। ਫਿਰ ਮੈਂ ਸੁਣਿਆ, ਫਿਰ ਮੈਂ ਉਹਨੂੰ ਰਿਕਾਰਡ ਕੀਤਾ, ਫਿਰ ਆਪਣੇ YouTube ਚੈਨਲ 'ਤੇ ਪਾਇਆ। ਇੱਕ ਸ਼ੁਰੂਆਤ ਹੋਈ। ਇਹ ਕੁਝ ਕਾਰਨ ਸੀ ਕਿ ਮੈਂ ਇਸ ਵਿਸ਼ੇ ਨਾਲ ਜੁੜਿਆ, ਅਤੇ ਅੱਜ ਮੈਂ ਕਹਿ ਸਕਦਾ ਮੈਂ ਇਹ ਜਿਹੜਾ ਸਫ਼ਰ ਆ, ਇਹਨੇ ਮੇਰੇ ਕੋਲੋਂ 1000 ਦੇ ਕਰੀਬ ਬਜ਼ੁਰਗਾਂ ਦੇ ਦਰਦ ਜਿਹੜੇ ਉਹ ਰਿਕਾਰਡ ਕਰਵਾਏ ਆ।
ਤੇ ਉਹਨਾਂ ਵਿੱਚੋਂ 630 ਮੈਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕਾ। ਮਿਹਰਬਾਨੀ ਜੀ। ਡਾਕਟਰ ਪੌਲਾ, ਮੈਂ ਤੁਹਾਡੇ ਤੋਂ ਇੱਕ ਡਾਕਟਰ ਦੇ ਤੌਰ ਤੇ ਜਾਣਨਾ ਚਾਹੁੰਦਾ ਕਿ ਜਿਹੜੇ ਕੁਝ ਇੱਕ ਹਾਦਸੇ ਹੁੰਦੇ ਆ ਬੰਦੇ ਨਾਲ ਵਿਅਕਤੀਗਤ ਤੌਰ ਤੇ ਹੁੰਦੇ ਆ, ਉਹ ਉਹਦੀ ਮਨੋਬਣਤਰ ਉੱਤੇ ਅਸਰ ਪਾਉਂਦੇ ਆ, ਪਰ ਕੁਝ ਹਾਦਸੇ ਜਿਹੜੇ ਦੇਸ਼ ਦੀ ਵੰਡ ਵਰਗੇ ਆ, ਜਿਹੜੇ ਇੱਕ ਸਮੂਹਿਕ ਟਰਾਮੋਇਲ ਜਿਹਨੂੰ ਆਪਾਂ ਕਹਿ ਸਕਦੇ ਹਾਂ, ਇੱਕ ਸਮੂਹਿਕ ਐਸਾ ਵਾਤਾਵਰਨ ਉਹ ਪੂਰੀ ਦੀ ਪੂਰੀ ਕੌਮ ਦੇ ਇਤਿਹਾਸ 'ਚੋਂ ਚੱਲ ਕੇ ਉਹਦੇ ਮੌਜੂਦਾ ਦੌਰ ਤੱਕ ਆਉਂਦਾ ਹੈ। ਇਹ ਸਾਰੇ ਜਿਹੜੇ ਇੱਕ ਵੱਡੇ ਸਦਮੇ ਨੇ, ਇਹ ਪੂਰੇ ਦੇ ਪੂਰੇ ਸਮਾਜ ਦੀ ਸਾਈਕੀ ਉੱਤੇ ਕਿਸ ਤਰ੍ਹਾਂ ਦੇ ਅਸਰਅੰਦਾਜ਼ ਹੁੰਦੇ ਨੇ, ਇਹਨੂੰ ਜ਼ਰਾ ਖੋਲ੍ਹ ਕੇ ਦੱਸੋ। ਜਿਵੇਂ ਤੁਸੀਂ ਪਿਛਲੇ ਸਵਾਲ ਦੇ ਜਵਾਬ 'ਚ ਵੀ ਇਸ਼ਾਰਾ ਕੀਤਾ ਕਿ ਬਹੁਤ ਵਾਰੀ ਇੱਕ ਜਨਰੇਸ਼ਨ ਦੇ ਅਨੁਭਵ ਦੂਸਰੀ ਜਨਰੇਸ਼ਨ ਕੋਲ ਚਲੇ ਜਾਂਦੇ ਆ ਅਤੇ ਉਹਦੇ ਅਸਰ ਉਹਦੇ ਵਿੱਚੋਂ ਵੀ ਲੱਛਣ ਮਿਲਣੇ ਸ਼ੁਰੂ ਹੁੰਦੇ ਆ। ਅਤੇ ਮੈਂ ਇਸ ਹਵਾਲੇ ਨਾਲ ਪੁੱਛਣਾ ਚਾਹੁੰਦਾ ਕਿ ਜਿਹੜੀ ਖਾਸ ਤੌਰ 'ਤੇ ਦੇਸ਼ ਦੀ ਵੰਡ ਦਾ ਇੱਕ ਮਸਲਾ ਹੈ, ਉਹਦੇ ਕਿਸ ਤਰ੍ਹਾਂ ਦੇ ਅਸਰ ਤੁਸੀਂ ਪੰਜਾਬ ਦੇ ਜਿੰਨੇ ਵੀ ਮਰੀਜ਼ ਮਨੋਰੋਗੀ ਤੁਹਾਡੇ ਅਨੁਭਵ 'ਚੋਂ ਗੁਜ਼ਰਦੇ ਹੈ, ਤਾਂ ਤੁਸੀਂ ਕਿਵੇਂ ਇਹਨੂੰ ਸਟੱਡੀ ਕਰਦੇ ਹੋ ਕਿ ਇਹ ਕਿਸ ਤਰ੍ਹਾਂ ਦੇ ਅਸਰ ਪਾਉਂਦੀ ਹੈ ਜਿਹੜੀ ਦੇਸ਼ ਦੀ ਵੰਡ ਵਰਗੇ ਇੱਕ ਵੱਡੇ ਘੱਲੂਘਾਰੇ ਨੇ, ਸਦਮੇ ਨੇ, ਉਹ ਪੂਰੇ ਦੇ ਪੂਰੇ ਸਮੂਹਿਕ ਅਵਚੇਤਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ? ਇੱਕ ਟਰਾਮਾ ਹੁੰਦਾ ਇੰਡੀਵਿਜੂਅਲ ਕਿ ਇੱਕ ਬੰਦੇ ਨਾਲ ਕੋਈ ਹਾਦਸਾ ਹੋਇਆ, ਉਹਨੂੰ ਟਰਾਮਾ ਸਾਈਕੋਲੋਜੀਕਲ ਟਰਾਮਾ ਹੋਇਆ, ਜਿਹਦਾ ਇਫੈਕਟ ਜੇ ਅਸੀਂ ਉਹਨੂੰ ਪ੍ਰੋਪਰਲੀ ਰਿਜ਼ੋਲਵ ਨਹੀਂ ਕਰਦੇ ਤਾਂ ਸਾਲੋਂ ਸਾਲ ਰਹਿੰਦਾ। ਹੁਣ ਟਰਾਮਾ ਕੀ ਹੁੰਦਾ? ਟਰਾਮਾ, ਹਰ ਸਟ੍ਰੈਸ ਨੂੰ ਟਰਾਮਾ ਨਹੀਂ ਕਿਹਾ ਜਾਂਦਾ। ਜੇ ਤੁਹਾਨੂੰ ਕੋਈ ਜੌਬ ਦੇ ਵਿੱਚ ਪ੍ਰੋਬਲਮ ਹੈ, ਦੈਟ ਇਜ਼ ਉਹ ਟਰਾਮਾ ਨਹੀਂ ਹੈ। ਜੇ ਕੋਈ ਫੈਮਿਲੀ ਦੇ ਵਿੱਚ ਡਿਫਿਕਲਟੀਜ਼ ਹੈ, ਉਹ ਟਰਾਮਾ ਨਹੀਂ ਹੈ। ਟਰਾਮਾ ਉਦੋਂ ਕਹਿੰਦੇ ਹਾਂ ਅਸੀਂ ਸਾਈਕਾਇਟਰਿਸਟ, ਜਦੋਂ ਜਿਹੜਾ ਐਕਸਪੀਰੀਅੰਸ ਹੈ, ਜਿਹੜਾ ਮਾੜਾ ਐਕਸਪੀਰੀਅੰਸ ਹੈ, ਇੰਗਲਿਸ਼ ਨੂੰ ਕਹਿੰਦੇ ਆ ਅਬਵ ਐਂਡ ਬਿਯੋਂਡ ਦਾ ਆਰਡੀਨਰੀ ਹਿਊਮਨ ਐਕਸਪੀਰੀਅੰਸ। ਇਟ ਇਜ਼ ਟੋਟਲੀ ਆਊਟਸਾਈਡ ਦਾ ਨਾਰਮਲ ਐਵਰੇਜ ਹਿਊਮਨ ਐਕਸਪੀਰੀਅੰਸ। ਜੇ ਹੁਣ ਕਿਸੇ ਪਾਪੂਲੇਸ਼ਨ 'ਤੇ ਇੱਕ ਸਡਨਲੀ ਅਰਥਕੁਏਕ ਆ ਜਾਂਦਾ, that will cause trauma for generations to come. ਪਾਰਟੀਸ਼ਨ ਜਿਹੜੀ ਹੈ ਉਹ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਸੀ। ਹੋਲੋਕਾਸਟ ਹੈ, ਰਵਾਂਡਾ 'ਚ ਜੋ ਹੋਇਆ, ਇਸ ਤਰ੍ਹਾਂ ਦੇ ਜਿਹੜੇ ਐਕਸਪੀਰੀਅੰਸ ਹੈ ਜਿਨ੍ਹਾਂ ਦਾ ਮੈਗਨੀਚਿਊਡ ਇੰਨੀ ਜ਼ਿਆਦਾ ਹੁੰਦੀ ਕਿ ਯੂਗੋਸਲਾਵੀਆ ਦਾ ਜਦੋਂ ਵਿੱਚ ਹੋ ਰਿਹਾ ਸੀ ਤਾਂ ਮੈਨੂੰ ਉੱਥੋਂ ਦੇ ਇੱਕ ਬਜ਼ੁਰਗ ਔਰਤ ਜਿਹੜੀ ਉਸ ਵੇਲੇ ਇੰਗਲੈਂਡ ਦੇ ਕਿਸੇ ਹਸਪੀਟਲ ਦੇ ਵਿੱਚ ਸੀ, ਉਹ ਕਿਸੇ ਨੂੰ ਮਿਲਣ ਆਈ ਸੀ, ਉੱਥੇ ਕੁਝ ਕਿਸੇ ਹੋਰ ਵਾਸਤੇ ਆਈ ਸੀ, ਤਾਂ ਮੈਂ ਉਹਦੇ ਨਾਲ ਗੱਲ ਕਰਨ ਲੱਗਿਆ। ਤੇ ਮੈਂ ਉਹਨੂੰ ਪੁੱਛਿਆ ਕਿ ਹਾਊ ਡੂ ਯੂ ਫੀਲ ਆਫਟਰ ਦੈਟ, ਜਦੋਂ ਇਹ ਬ੍ਰੇਕਡਾਊਨ ਹੋਇਆ ਯੂਗੋਸਲਾਵੀਆ ਦਾ। ਐਂਡ ਸ਼ੀ ਸੈਡ ਸਮਥਿੰਗ, ਉਹਨੇ ਕਿਹਾ ਕਿ ਮਹਿਸੂਸ ਕਿਸ ਤਰ੍ਹਾਂ ਹੋ ਸਕਦਾ, ਮੇਰੀ ਫੈਮਿਲੀ ਸੀ, ਮੇਰੇ ਹਸਬੈਂਡ ਸੀ, ਮੇਰੇ 3 ਬੱਚੇ ਸੀ, ਸਾਰੇ ਮਰ ਗਏ, ਮੇਰਾ ਘਰ ਸੀ ਉਹ ਖਤਮ ਹੋ ਗਿਆ, ਇੱਥੇ ਮੈਂ ਹੁਣ ਆਈ ਹੋਈ ਹਾਂ ਇੱਕ ਡੋਲ 'ਤੇ, ਗੌਰਮੈਂਟ ਦੀ ਹੈਲਪ ਦੇ ਨਾਲ ਮੈਂ ਰਹਿ ਰਹੀ ਹਾਂ। ਪਾਸਟ ਮੇਰਾ ਖਤਮ ਹੋ ਗਿਆ, ਫਿਊਚਰ ਦਾ ਮੈਨੂੰ ਪਤਾ ਨਹੀਂ ਹੈ, ਕੋਈ ਮੇਰਾ ਹੈ ਨਹੀਂ ਹੁਣ। ਹਾਊ ਸ਼ੁਡ ਆਈ ਡਿਸਕ੍ਰਾਈਬ ਕਿ ਮੈਂ ਕਿਵੇਂ ਫੀਲ ਕਰ ਰਹੀ ਹਾਂ। ਦੈਟ ਇਜ਼ ਟਰਾਮਾ, ਐਂਡ ਦੈਟ ਇਜ਼ ਉਹ ਟਰਾਮਾ ਹੁੰਦਾ ਹੈ ਜਿਹੜਾ ਜਨਰੇਸ਼ਨਸ ਵਾਈਜ਼ ਜਿਹਦਾ ਇਫੈਕਟ ਰਹਿੰਦਾ। ਇਟ ਇਜ਼ ਅ ਹਿਊਮੰਗਸ ਥਿੰਗ, ਇਟਸ ਨਾਟ ਆਰਡੀਨਰੀ ਸਟ੍ਰੈਸ। ਦੂਸਰੀ ਗੱਲ ਇਹ ਹੈ ਕਿ ਅਸੀਂ ਆਮ ਸੁਣਦੇ ਹਾਂ ਨਾ ਕਿ ਜੇ ਸਟ੍ਰੈਸ ਚੰਗਾ ਹੁੰਦਾ ਹੈ ਕਿਉਂਕਿ ਇਹ ਤੁਹਾਨੂੰ ਰਿਫਾਈਨ ਕਰਦਾ, ਤੁਹਾਡੀ ਕੋਪਿੰਗ ਸਕਿੱਲਸ ਨੂੰ ਇੰਪਰੂਵ ਕਰਦਾ, ਤੁਹਾਨੂੰ ਮਜ਼ਬੂਤ ਬਣਾਉਂਦਾ। ਐਂਡ ਦਾ ਜਿਹੜੀ ਪੋਪੂਲਰ ਸੇਇੰਗ ਹੈ ਇੰਗਲਿਸ਼ ਦੇ ਵਿੱਚ, what does not kill you improves you. Trauma does not kill you, does not improve you, leaves you much worse. That is the difference between ordinary stress and trauma. ਇਹ ਵੀ ਕਹਿੰਦੇ ਨੇ ਕਿ ਇਹਨੂੰ ਹੁਣ ਅਸੀਂ ਜੇ ਬੜੇ ਲੋਕੀ ਕਹਿੰਦੇ ਨੇ ਕਿ
ਮਿਲੀਟੈਂਸੀ ਈਅਰਸ ਪੰਜਾਬ ਦੇ ਜਿਹੜੇ 80s ਦੇ ਵਿੱਚ ਹੈ, ਉਹ ਹੁਣ ਉਹ ਠੀਕ ਹੋ ਗਿਆ, ਹੁਣ ਉਹਦੀ ਗੱਲ ਆਪਾਂ ਕਿਉਂ ਕਰੀਏ? ਨਹੀਂ ਕਰਦੇ ਲੋਕ। ਨਹੀਂ ਇਸ ਲਈ ਕਰਦੇ ਕਿਉਂਕਿ ਉਹ ਕਰਨ 'ਚ ਤਕਲੀਫ ਹੁੰਦੀ ਹੈ, ਕਿਉਂਕਿ ਉਹ ਲਾਸ ਹਾਲੇ ਕੋਈ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ। ਉਹ ਫੈਮਿਲੀ ਸਾਡੇ ਆਸ-ਪਾਸ ਹੁਣ ਵੀ ਹੈਗੀਆਂ ਦੋਨੋਂ ਪਾਸੇ ਦੀਆਂ। ਔਰ ਜੇ ਸੁਸਾਇਟੀ ਅਨਕੰਫਰਟੇਬਲ ਫੀਲ ਕਰ ਰਹੀ ਹੈ ਕਿਸੇ ਗੱਲ ਨੂੰ, ਕਨਵਰਸੇਸ਼ਨ ਨੂੰ ਗੱਲ ਵੀ ਕਰਨ ਬਾਰੇ, ਦੈਟ ਇਜ਼ ਦ ਰੀਜ਼ਨ ਕਿ ਉਹ ਗੱਲ ਜ਼ਰੂਰ ਕਰਨੀ ਚਾਹੀਦੀ, ਨਹੀਂ ਤਾਂ ਉਹ ਰਿਜ਼ੋਲਵ ਨਹੀਂ ਹੁੰਦੀ, ਉਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਫਿਰ ਨਿਕਲ ਆਉਂਦੀ ਹੈ। ਔਰ ਨਿਕਲਦੀਆਂ ਆਈਆਂ ਨੇ ਹੁਣ ਤੱਕ ਵੀ, ਪਾਰਟੀਸ਼ਨ ਦੀਆਂ ਵੀ ਵੇਰੀਅਸ ਫਾਰਮਸ ਦੇ ਵਿੱਚ ਨਿਕਲਦੀਆਂ ਆਈਆਂ ਨੇ। ਇਹੀ ਵਜ੍ਹਾ ਸੀ ਕਿ ਗੱਲ ਨਹੀਂ ਕੀਤੀ, ਇਹੀ ਕਾਰਨ ਸੀ ਕਿ ਪਾਰਟੀਸ਼ਨ ਦਾ ਮਿਊਜ਼ੀਅਮ ਹੁਣ ਜਾ ਕੇ ਬਣਿਆ, ਪਾਰਟੀਸ਼ਨ ਦੇ 70 ਸਾਲ ਬਾਅਦ, ਕਿਉਂਕਿ ਅਸੀਂ ਬਣਾ ਨਹੀਂ ਸਕਦੇ, ਸਾਨੂੰ ਤਕਲੀਫ ਹੁੰਦੀ ਸੀ। ਹੁਣ ਵੀ ਖੈਰ ਜੋ ਬਣਿਆ ਅੱਛੀ ਗੱਲ ਹੈ ਬਣਿਆ, ਬਟ ਲਾਈਕ ਟੂ ਸੇ ਇਨ ਇੰਗਲਿਸ਼, ਟੂ ਲਿਟਲ ਟੂ ਲੇਟ। ਐਨੀਵੇ ਆਈ ਕੈਨ ਗੋ ਔਨ ਵਿਦ ਦਿਸ, ਬਟ ਜੀ ਬਿਲਕੁਲ। ਇਹ ਮੇਰਾ ਸਵਾਲ ਇੱਕ ਡਾਕਟਰ ਨੂੰ ਸੀ, ਪਰ ਦੂਸਰਾ ਸਵਾਲ ਇਹਦੇ ਨਾਲ ਲੱਗਦਾ ਹੀ ਮੈਂ ਇੱਕ ਉਸ ਲੇਖਕ ਨੂੰ ਪੁੱਛਣਾ ਚਾਹੁੰਦਾ ਕਿ ਜਿਹੜੀ ਇਹ ਤੁਹਾਡੀਆਂ ਕਹਾਣੀਆਂ ਦੇ ਅੰਦਰ ਪਾਤਰ ਆਏ ਨੇ, ਚਾਹੇ ਉਹ ਰੋਸ਼ਨਦਾਈ ਹੈ, ਪ੍ਰਕਾਸ਼ ਉਸ ਕਿਤਾਬ ਦੇ ਅੰਦਰ ਕਈ ਸਾਰੀਆਂ ਕਹਾਣੀਆਂ ਦੇ ਅੰਦਰ ਆਉਂਦੇ ਨੇ, ਇਹ ਤੁਹਾਡੇ ਕਿੰਨੇ ਕੁ ਜਾਣੇ ਪਛਾਣੇ ਪਾਤਰ ਨੇ, ਜਾਂ ਇਹ ਰੀਅਲ ਨੇ, ਜਾਂ ਤੁਹਾਡੇ ਅਨੁਭਵ ਚੋਂ ਨੇ, ਜਾਂ ਇਹਦੇ 'ਚ ਕਲਪਨਾ ਕਿੰਨੀ ਹੈ? ਇੱਕ ਲੇਖਕ ਤੌਰ 'ਤੇ ਡਾਕਟਰ ਕਾਲਾ, ਤੁਸੀਂ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਲਿਖੀਆਂ? ਇਹ ਜਿਹੜੇ ਇਹਦੇ ਪਾਤਰ ਨੇ, ਕਿੰਨੇ ਕੁ ਓਰੀਜਨਲ ਨੇ, ਕਿੰਨੇ ਕੁ ਤੁਹਾਡੀ ਕਲਪਨਾ 'ਚੋਂ ਨੇ, ਕਿੰਨੇ ਕੁ ਤੁਹਾਡੇ ਅਨੁਭਵ 'ਚੋਂ ਆਏ ਨੇ? ਇਹ ਸਾਰੀ ਟਰਾਂਸਫੋਰਮੇਸ਼ਨ ਤੁਹਾਡੇ ਦੇਖੇ ਹੋਏ ਬੰਦਿਆਂ ਦੀ ਪਾਤਰਾਂ ਵਿੱਚ ਕਿਵੇਂ ਬਣੀ? ਇਹਨਾਂ 'ਚੋਂ ਐਕਚੁਅਲ ਲੋਕੀ ਸੀਗੇ। ਫॉर एग्जांपल ਜਿਹੜੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਜਿਹਨੇ ਉੱਪਰੋਂ ਔਰਤ ਨੇ 40-45 ਸਾਲ ਦੀ ਉਮਰ 'ਚ ਉੱਪਰ ਛੱਤ ਤੋਂ ਛਾਲ ਮਾਰ ਕੇ ਸੁਸਾਈਡ ਕਰ ਲਈ ਸੀ, ਉਹ ਐਕਚੁਅਲ ਪੇਸ਼ੈਂਟ ਸੀਗੀ ਮੇਰੀ। ਹਸਪੀਟਲ ਦੇ ਜਿਹੜੇ ਪੇਸ਼ੈਂਟਸ ਡਿਸਕ੍ਰਾਈਬਡ ਨੇ ਸਟੋਰੀਜ਼ ਦੇ ਵਿੱਚ, ਉਹ ਐਕਚੁਅਲ ਨੇ, ਜਿਹੜੇ ਲਾਹੌਰ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦੇ ਡਾਕਟਰਸ ਦੇ ਥਰੂ, ਜਿਹੜੇ ਬਾਕੀ ਬਹੁਤ ਸਾਰੇ ਪਾਤਰ। ਫॉर एग्जांपल ਇੱਕ स्टोरी है द स्पाई नेम्ड गोपाल पंजाबी। वो एक पाकिस्तान का जसूस है, ISI का। इस वेले वो उम्र कोई कहानी के टाइम तो वो उम्र कोई 50 साल है, 50 तो ज़्यादा 60 साल है सॉरी। उन्हें सारी उम्र ISI की बड़ी लग के सेवा की है, हिंदुस्तान का नुकसान कराया। और एक वो अपनी ग्रैंड डॉटर नूं, वो मुसलमान है, ग्रैंड डॉटर नूं, और वो बड़ा मशहूर रिटायर हो चुका है लेकिन बड़ा मशहूर जासूस मन्निया जाता, उहदियां कहानियां किताबां विच ने पाकिस्तान दे। और वो अपनी ग्रैंड डॉटर नूं ਉਹਦੀ ਕਹਿੰਦੀ ਹੈ ਮੈਨੂੰ ਆਪਣੀ ਕਹਾਣੀ ਤੁਸੀਂ ਡਿਟੇਲ ਸੁਣਾਓ ਮੈਨੂੰ। ਸਾਰੇ ਕਹਿੰਦੇ ਨੇ ਤੁਸੀਂ ਐਡੇ ਵੱਡੇ ਜਸੂਸ ਹੋ ਪਾਕਿਸਤਾਨ ਦੇ, ਔਰ ਹਿੰਦੁਸਤਾਨ ਦੇ ਖਿਲਾਫ ਤੁਸੀਂ ਇੰਨਾ ਕੰਮ ਕੀਤਾ, ਤੁਸੀਂ ਮੈਨੂੰ ਐਕਚੁਅਲ ਦੱਸੋ ਵੀ ਕੀ ਹੋਇਆ ਸੀ, ਕੀ ਕੀਤਾ ਤੁਸੀਂ, ਕਮਾਲ ਕੀ ਤੇ ਉਹ ਪਹਿਲਾਂ ਤਾਂ ਕਹਿੰਦਾ ਨਹੀਂ ਆਫੀਸ਼ੀਅਲ ਸੀਕਰਟ ਐਕਟ ਹੁੰਦਾ, ਦੱਸਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ। ਫਿਰ ਉਹ ਸੋਚਦੇ ਚਲੋ ਮੈਂ ਸੈਂਸਿਟਿਵ ਗੱਲਾਂ ਨਹੀਂ ਦੱਸਾਂਗਾ ਪਰ ਬੱਚੀ ਨੂੰ। ਸੋ ਸਟਾਰਟ ਟੈਲਿੰਗ ਹਰ ਸਟੋਰੀ। And in the end, should I tell the spoiler? In the end, ये पता चलता है कहानी जो ख़त्म होने वाली है वो तो वो 2 दिन ग्रैंड डॉटर नो ग्रैंड सन नो वो कहानी अद्धी होंदी सां लग जाता ते अखीर तो जाके वो गोलमोल जी करके छड़ दिंदा कि फिर उन्होंने उस रात को उन्होंने हार्ट अटैक होता और वो वाइफ बच्चे सौ गए होंगे ने, वो वाइफ एंबूलेंस बुलाती है और मरण वाला, और वो मरण वाला है। एंड दैन वो फिर अपनी वाइफ को दसदा है कि
ਮੈਂ ਇੱਥੇ ਪੈਦਾ ਹੋਇਆ ਸੀ, ਇਸੇ ਸ਼ਹਿਰ 'ਚ ਰਾਵਲਪਿੰਡੀ ਦੇ ਵਿੱਚ। ਮੈਂ ਸਕੂਲ ਜਾਂਦਾ ਸੀ ਔਰ ਉਹਦੇ 'ਚ ਇੱਕ ਅਜੀਬ ਗੱਲ ਇਹ ਸੀ ਕਿ ਉਹ ਰੋਜ਼ ਦਿਨ ਵੇਲੇ ਜਾ ਕੇ ਇੱਕ ਸਕੂਲ ਦੇ ਸਾਹਮਣੇ ਬਹਿ ਜਾਂਦਾ ਹੁੰਦਾ ਸੀ ਬੱਚਿਆਂ ਦੇ। ਉੱਥੋਂ ਬੱਚੇ ਨਿਕਲਦੇ ਸੀ, ਉਹ ਕੋਈ ਫਾਦਰ ਕੋਈ ਮਦਰ ਐਸਾ ਜੱਫੀ ਪਾ ਕੇ ਉਹ ਦੇਖਦਾ ਰਹਿੰਦਾ ਸੀ। ਉਹ ਘੰਟਾ ਰੋਜ਼ ਉੱਥੇ ਲਾਉਂਦਾ ਹੁੰਦਾ ਸੀ। ਉਹ ਸਕੂਲ 'ਚ ਪੜ੍ਹਦਾ ਹੁੰਦਾ ਸੀ। ਪਰ ਮੇਰੇ ਮਾਂ-ਬਾਪ ਦੀ ਇਸ ਘਰ ਦੇ ਵਿੱਚ, ਜਿਸ ਘਰ 'ਚ ਹੁਣ ਅਸੀਂ ਬੈਠੇ ਹਾਂ, ਇਸ ਘਰ 'ਚ ਮੇਰੇ ਸਾਹਮਣੇ ਉਹਨਾਂ ਦਾ ਕਤਲ ਹੋਇਆ ਸੀਗਾ ਪਾਰਟੀਸ਼ਨ ਦੇ ਟਾਈਮ 'ਤੇ। ਫਿਰ ਮੈਂ ਹਿੰਦੁਸਤਾਨ ਚਲਾ ਗਿਆ ਸੀ ਔਰ ਕਹਿੰਦਾ ਇਹ ਜਿਹੜਾ ਜਾਸੂਸ ਦੀ ਕਹਾਣੀ ਮੈਂ ਸੁਣਾਈ ਹੈ ਔਰ ਜਿਹਦੀ ਮੈਂ ਸਾਰੀ ਜ਼ਿੰਦਗੀ ਜਿਹੜਾ ਮੈਂ ਕੰਮ ਕੀਤਾ, ਅਸਲ 'ਚ ਮੈਂ ਹਿੰਦੁਸਤਾਨੀ ਹਾਂ ਔਰ ਮੈਂ ਹਿੰਦੂ ਸੀਗਾ ਔਰ ਮੈਂ ਇੱਥੇ ਪੈਦਾ ਹੋਇਆ ਸੀ ਔਰ ਮੈਂ ਉੱਥੋਂ ਜਾ ਕੇ ਵਾਪਸ ਆਇਆ ਔਰ ਮੁਸਲਮਾਨ ਬਣਿਆ, ISI ਜੁਆਇਨ ਕੀਤੀ, ਇੱਕ ਘਰ ਖਰੀਦਿਆ ਧੱਕੇ ਨਾਲ, ਜਸਟ ਟੂ ਬੀ ਏਬਲ ਟੂ ਲਿਵ ਇਨ ਦੈਟ ਹਾਊਸ। ਕਹਿੰਦਾ ਤੈਨੂੰ ਮੈਂ ਤੇਰਾ ਗੁਨਾਹਗਾਰ ਹਾਂ, ਲੇਕਿਨ ਕਿਉਂਕਿ ਤੈਨੂੰ ਮੈਂ ਇਹ ਨਹੀਂ ਦੱਸਿਆ, ਪਰ ਮੈਂ ਇੱਕ ਸੱਚਾ ਮੁਸਲਮਾਨ ਰਿਹਾ ਤੇਰੇ ਕਰਕੇ, ਔਰ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ। ਸੱਚ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਥੋੜ੍ਹਾ ਜਿਹਾ ਅੱਗੇ ਪਿੱਛੇ ਕੀਤਾ, ਉਹਦਾ ਇੱਕ ਅੰਤ ਚੁਣਿਆ। ਅੰਤ ਜਿਵੇਂ ਆਪਾਂ ਸੋਚਦੇ ਹੁੰਦੇ ਹਾਂ ਕਿ ਅੰਤ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿੱਥੇ ਜਾ ਕੇ ਇੱਕ ਭਾਂਡਾ ਜਿਹਾ ਭੱਜ ਜਾਏ, ਪਾਠਕ ਜਿਹੜਾ ਆ ਉਹ ਸੁੰਨ ਜਿਹਾ ਹੋ ਜਾਏ। ਫਿਰ ਮੈਂ ਸੋਚਦਾ ਇਹ ਹੁੰਨਾ ਕਿ ਜਿਨ੍ਹਾਂ ਦੇ ਦਿਲੋਂ ਦਿਮਾਗ 'ਤੇ, ਪਿੰਡਾਂ 'ਤੇ, ਰੂਹਾਂ 'ਤੇ ਇਹ ਸਾਰਾ ਕੁਝ ਵਾਪਰਿਆ, ਉਹ ਕਿਸ ਤਰ੍ਹਾਂ ਜਿਉਂਦੇ ਰਹੇ ਹੋਣਗੇ। ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਜਿਵੇਂ 1000 ਬੰਦਿਆਂ ਨੂੰ ਮਿਲਿਆ ਜਿਹੜੇ ਪਾਰਟੀਸ਼ਨ ਦੇ ਚਸ਼ਮੇ ਦੀ ਗਵਾਹ ਨੇ, ਅਤੇ ਉਹਨਾਂ ਵਿੱਚੋਂ ਸ਼ਾਇਦ ਹੀ ਕੋਈ ਇਨਸਾਨ ਅਜਿਹਾ ਹੋਊ ਜਿਹਨੇ ਵੰਡ ਨੂੰ ਕਬੂਲਿਆ ਹੋਊ ਜਾਂ ਉਹਨੇ ਕਿਹਾ ਹੋਵੇ ਕਿ ਬਹੁਤ ਵਧੀਆ ਹੋਇਆ। ਹਰੇਕ ਕੋਲ ਯਾਦਾਂ ਆ, ਦਰਦ ਆ, ਤੜਪ ਆ, ਪਛਤਾਵਾ ਆ, ਕਿਸੇ ਕੋਲ ਕਬੂਲਨਾਮਾ ਵੀ ਆ। ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ, ਮੇਰੀਆਂ ਵੀਡੀਓਜ਼ ਦੇ ਵਿੱਚ ਇੱਕ ਬਜ਼ੁਰਗ ਨੇ, ਮੈਂ ਉਹਨੂੰ ਕਿਹਾ ਵੀ ਤੁਸੀਂ ਹਮਲੇ 'ਚ ਸ਼ਾਮਲ ਸੀਗੇ, ਤੁਸੀਂ ਇਸ ਗਲਤੀ ਨੂੰ ਮੰਨੋ, ਔਰ ਉਹਨੇ ਮੰਨਿਆ ਕਿ ਉਹ ਜਵਾਨੀ ਸੀ, ਜਵਾਨੀ ਦਾ ਜੋਸ਼ ਸੀ, ਸਾਨੂੰ ਭੜਕਾ ਲਿਆ ਗਿਆ ਸੀ ਅਤੇ ਮੈਂ ਵੀ ਬੇਗੁਨਾਹਾਂ ਦੇ ਕਤਲਾਂ ਦੇ ਵਿੱਚ ਸ਼ਾਮਲ ਸੀ। ਅੱਜ ਮੈਂ ਮੁਆਫੀ ਮੰਗਦਾ। ਇਹ ਵੀਡੀਓ ਮੇਰੇ ਚੈਨਲ 'ਤੇ ਪਈ ਹੈ। ਸੋ ਜਿੱਥੋਂ ਤੱਕ ਕਿਤਾਬ ਦੀਆਂ ਕਹਾਣੀਆਂ ਦਾ ਸੰਬੰਧ ਹੈ, ਜਦੋਂ ਮੈਂ ਹੁਣ ਤੁਹਾਨੂੰ 2-4 ਕਹਾਣੀਆਂ ਸੰਖੇਪ 'ਚ ਸੁਣਾਊਂਗਾ। ਇੱਕ ਹੋਰ ਬੰਦਾ ਸੀ, ਮੈਂ ਤੁਹਾਨੂੰ ਟੋਕ ਰਿਹਾ, ਜਿਹੜਾ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਉਹ ਕਹਿੰਦਾ ਠੀਕ ਹੈ, ਹਾਂਜੀ, ਕੋਈ ਕਹਾਣੀ ਹਾਂ, ਇਸ ਤਰ੍ਹਾਂ ਦੇ ਮੈਨੂੰ 2-4 ਵਿਅਕਤੀ ਇਸ ਤਰ੍ਹਾਂ ਦੇ ਵੀ ਮਿਲੇ। ਇੱਕ ਤਾਂ ਸਾਡਾ ਰਿਸ਼ਤੇਦਾਰ ਸੀ, ਮੈਂ ਉਹਨੂੰ ਮਿਲਣ ਲਈ ਬੜੀ ਦੂਰ ਤੱਕ, ਗੰਗਾ ਨਗਰ ਤੋਂ ਵੀ ਅੱਗੇ ਉਹ ਰਹਿੰਦਾ ਜੀ, ਮੈਂ ਉਹਨੂੰ ਮਿਲਣ ਗਿਆ। ਉਹ ਦਾਅਵਾ ਕਰਦਾ ਸੀ ਮੈਂ ਹਜ਼ਾਰਾਂ ਬੰਦੇ ਕਤਲ ਕੀਤੇ। ਜਲੰਧਰ ਕੋਲ ਉਹਦਾ ਪਿੰਡ ਹੈ, ਰੰਧਾਵਾ ਮਸੰਦਾ, ਅਤੇ ਉਹਨੇ ਉਹ ਕਿਰਪਾਨ ਵੀ ਸੰਭਾਲ ਕੇ ਰੱਖੀ ਆ, ਤਲਵਾਰ ਸੰਭਾਲ ਕੇ ਰੱਖੀ ਆ, ਜਿਹਦੇ ਨਾਲ ਉਹ ਦਾਅਵਾ ਕਰਦਾ ਸੀ ਕਿ ਮੈਂ ਹਜ਼ਾਰਾਂ ਮੁਸਲਮਾਨ ਵੱਢੇ ਨੇ। ਉਹ ਮੈਨੂੰ ਗੱਲ ਬੜੀ, ਦੇਖੋ ਕਿਸ ਤਰ੍ਹਾਂ ਦੀ ਅਨੋਖੀ ਜਿਹੀ ਗੱਲ ਆ। ਉਹ ਦੱਸਦਾ ਵੀ ਜੇ ਕਿਸੇ ਦਾ ਸਿਰ ਬਹੁਤ ਦਰਦ ਕਰਦਾ ਹੋਵੇ ਅਤੇ ਆਸੇ-ਪਾਸੇ ਦੇ ਲੋਕ ਮੇਰੇ ਕੋਲ ਆਉਂਦੇ ਆ, ਮੈਂ ਪਾਣੀ ਦੇ ਵਿੱਚ ਤਲਵਾਰ ਨੂੰ ਘੁਮਾ ਕੇ ਉਹ ਪਾਣੀ ਪਿਲਾ ਦੇਵਾਂ ਅਤੇ ਉਹ ਬੰਦੇ ਦਾ ਜਿਹੜਾ ਜੀ ਸਿਰ ਉਹ ਦੁੱਖਣੋਂ ਹਟ ਜਾਂਦਾ। ਉਹ ਇਸ ਚੀਜ਼ ਨੂੰ ਇਸ ਤਰ੍ਹਾਂ ਲੈ ਰਿਹਾ। ਮੈਂ ਉਹਨੂੰ ਪੁੱਛਿਆ ਜੀ ਕੋਈ ਪਛਤਾਵਾ? ਕਹਿੰਦਾ ਕੋਈ ਪਛਤਾਵਾ ਨਹੀਂ। ਮੈਂ ਕਿਹਾ ਤੁਸੀਂ ਬਜ਼ੁਰਗਾਂ ਨੂੰ ਵੀ ਮਾਰਿਆ, ਤੁਸੀਂ ਖੂਬਸੂਰਤ ਔਰਤਾਂ ਨੂੰ ਵੀ ਨਹੀਂ ਛੱਡਿਆ? ਨਹੀਂ, ਬਸ ਮਾਰਿਆ। ਮੈਂ ਕਹਿੰਦਾ ਬੱਚੇ ਨਹੀਂ ਛੱਡੇ। ਇੱਥੋਂ ਤੱਕ ਕਹਿੰਦਾ ਕਿ ਮੇਰਾ ਇੱਕ ਨਾਲ ਦੇ ਪਿੰਡ ਦਾ ਦੋਸਤ ਸੀ, ਉਹ ਇੱਕ ਛੱਪੜ 'ਚ ਵੜ ਗਿਆ, ਉਹਨੇ ਹੱਥ ਜੋੜੇ, ਮਿੰਨਤਾਂ ਕੀਤੀਆਂ, ਮੈਨੂੰ ਯਾਦ ਕਰਾਇਆ ਵੀ ਅਸੀਂ ਇਕੱਠੇ ਮੱਝਾਂ ਚਾਰਦੇ ਰਹੇ ਹਾਂ, ਖੇਡਦੇ ਰਹੇ ਹਾਂ। ਜੀ ਸਿਆਂ, ਤੂੰ ਮੈਨੂੰ ਪਛਾਣਦਾ ਕਿਉਂ ਨਹੀਂ? ਕਹਿੰਦਾ ਉਦੋਂ ਕੌਣ ਕਿਹਨੂੰ ਪਛਾਣਦਾ ਸੀ, ਮੈਂ ਉਹਨੂੰ ਵੀ ਮਾਰ ਦਿੱਤਾ। ਇਸ ਤਰ੍ਹਾਂ ਦਾ ਇੱਕ ਬੰਦਾ ਹੋਰ ਵੀ ਸੀ। ਉਹਨੂੰ ਮੈਂ ਪੁੱਛਿਆ ਵੀ ਤੁਹਾਨੂੰ ਕੋਈ ਪਛਤਾਵਾ? ਤਾਂ ਉਹਨੇ ਕਿਹਾ ਵੀ ਨਹੀਂ, ਬੰਦੇ ਤੁਸੀਂ ਮੇਰੇ ਤੋਂ ਹੁਣ ਮਰਵਾ ਲਓ। ਉਦੋਂ 85 ਸਾਲ ਉਮਰ ਸੀ, 10 ਸਾਲ ਪਹਿਲਾਂ ਦੀ ਗੱਲ ਆ। ਇਹ 'ਚ ਪਛਤਾਵੇ ਵਾਲੀ ਕਿਹੜੀ ਗੱਲ ਆ? ਉਹਨਾਂ ਨੇ ਸਾਡੇ ਮਾਰੇ, ਅਸੀਂ ਉਹਨਾਂ ਦੇ ਮਾਰੇ। ਅਤੇ ਪਰ ਬਹੁਤੇ ਬੰਦੇ ਜਿਹੜੇ ਆ ਉਹ ਪਛਤਾਉਂਦੇ ਦੇਖੇ ਮੈਂ। ਹੁਣ ਮੈਂ ਤੁਹਾਨੂੰ 1-2 ਕਹਾਣੀਆਂ ਸੁਣਾਉਣਾ ਜੀ।
ਇੱਕ ਗੁੱਜਰਾਂ ਵਾਲੇ, ਆਪਾਂ ਜਿਹਨੂੰ ਗੁੱਜਰਾਂ ਵਾਲਾ ਕਹਿੰਦੇ ਆ, ਉਹ ਲੋਕਲ ਬੰਦੇ ਉਹਨੂੰ ਗੁੱਜਰਾਂ ਵਾਲੇ ਕਹਿੰਦੇ ਆ। ਗੁੱਜਰਾਂ ਵਾਲੇ ਦੇ ਪਿੰਡ ਤੋਂ ਇੱਕ ਬਜ਼ੁਰਗ ਹਰਿਆਣੇ ਐਲਨਾਬਾਦ ਤਹਿਸੀਲ ਆ ਸਿਰਸਾ ਦੀ, ਉੱਥੇ ਆਏ ਆ। ਮੈਂ ਉਹਨਾਂ ਨੂੰ ਮਿਲਣ ਗਿਆ। ਉਹਨਾਂ ਨੇ ਜਿਹੜੀ ਕਹਾਣੀ ਸੁਣਾਈ ਮੈਨੂੰ ਬੜੀ ਖੂਬਸੂਰਤ। ਕਹਿੰਦੇ ਮੈਂ ਬੜੀ ਦੇਰ ਬਾਅਦ ਆਪਣੇ ਪਿੰਡ ਗਿਆ ਅਤੇ ਆਪਣੇ ਬਚਪਨ ਦੇ ਦੋਸਤ ਨੂੰ ਮਿਲਿਆ। ਉਹਦਾ ਬਾਕੀ ਪਰਿਵਾਰ ਚਲ ਗਿਆ ਸੀ ਸ਼ਹਿਰ ਵਿੱਚ, ਉਹ ਪਿੰਡ 'ਚ ਰਹਿ ਰਿਹਾ ਸੀ। ਮੈਂ ਉਹਨੂੰ ਪੁੱਛਿਆ, ਬਜ਼ੁਰਗ ਹੋ ਗਏ ਸੀ ਅਸੀਂ ਜਦੋਂ ਮਿਲੇ, ਅਤੇ ਜਵਾਨੀ, ਚੜ੍ਹਦੀ ਜਵਾਨੀ 'ਚ ਅਸੀਂ ਵਿਛੜੇ ਸੀਗੇ, ਇੱਕ ਦੂਜੇ ਨੂੰ ਪਛਾਣਿਆ ਨਹੀਂ। ਜਦੋਂ ਦੱਸਿਆ ਫਿਰ ਰੋਏ ਵੀ, ਹਾਲ ਚਾਲ ਪੁੱਛਿਆ। ਇਹ ਪਰਿਵਾਰ ਨਾਮਧਾਰੀ ਪਰਿਵਾਰ ਆ ਜਿਹੜਾ ਸਿਰਸਾ ਵਾਲਾ। ਅਤੇ ਕਹਿੰਦੇ ਜਦੋਂ ਗੱਲਾਂ ਬਾਤਾਂ ਹੋਈਆਂ ਮੇਰੇ ਬੱਚਿਆਂ ਬਾਰੇ, ਉਹਨਾਂ ਨੇ ਪੁੱਛਿਆ, ਮਾਸਟਰ ਅਮਰੀਕ ਸਿੰਘ ਇਹਨਾਂ ਦਾ ਨਾਂ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਬੱਚਿਆਂ ਦਾ ਕੀ ਹਾਲ ਆ, ਤਾਂ ਉਹਨੇ ਦੱਸਿਆ ਮੇਰੇ 3 ਬੇਟੇ ਆ, ਇੱਕ ਫੌਜ 'ਚ ਸੀਗਾ, ਇੱਕ ਖੇਤੀ ਕਰਦਾ ਸੀ, ਉਹ ਵੀ ਸ਼ਹਿਰ ਆਉਣ ਲੱਗ ਪਿਆ, ਇੱਕ ਆਹ ਕੰਮ ਕਰਦਾ। ਅਤੇ ਫਿਰ ਉਹਨੇ ਗੱਲ ਬੜੀ ਵਧੀਆ ਸੁਣਾਈ। ਕਹਿੰਦਾ ਜਦੋਂ 71 ਦੀ ਲੜਾਈ ਹੋਈ ਨਾ, ਮੈਂ ਆਪਣੇ ਪੁੱਤ ਨੂੰ ਕਿਹਾ, ਮੈਨੂੰ ਮਿਲਣ ਆਇਆ ਕਿ ਮੈਂ ਚੱਲਾਂ ਜੀ ਬਾਰਡਰ 'ਤੇ, ਪਤਾ ਨਹੀਂ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। ਕਹਿੰਦਾ ਮੈਂ ਉਹਨੂੰ ਜੱਫੀ ਪਾ ਕੇ ਨਾਲੇ 'ਤੇ ਰੋਇਆ, ਨਾਲੇ ਕਿਹਾ ਜੇ ਕੋਈ ਚਿੱਟੀ ਗੋਲ ਪੱਗ ਵਾਲਾ ਤੈਨੂੰ ਮਿਲੇ ਨਾ, ਉਹਦੇ ਗੋਲੀ ਨਾ ਮਾਰੀ, ਉਹ ਅਮਰੀਕੇ ਦਾ ਪੁੱਤ ਵੀ ਹੋ ਸਕਦਾ। ਇਸ ਚੀਜ਼ ਨੂੰ ਮਹਿਸੂਸ ਕਰੋ ਕਿ ਇੱਕੋ ਦੇਸ਼ ਜਿਹੜੇ ਦੋ ਬਣ ਗਏ, ਦੁਸ਼ਮਣ ਵੀ ਬਣ ਗਏ, ਜੰਗ ਵੀ ਹੋ ਗਈ, ਲੇਕਿਨ ਪੁਰਾਣੀਆਂ ਸਾਂਝਾਂ ਕਿ ਕਿਸੇ ਗੋਲ ਪੱਗ, ਚਿੱਟੀ ਗੋਲ ਪੱਗ ਵਾਲੇ ਦੀ ਗੋਲੀ ਨਾ ਮਾਰੀ, ਉਹ ਅਮਰੀਕੇ ਦਾ ਪੁੱਤ ਵੀ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਅਨੇਕ ਕਹਾਣੀਆਂ ਹੈ। ਜੇ ਮੈਂ ਸੁਣਾਉਣ ਲੱਗਾ ਤਾਂ ਸ਼ਾਇਦ ਮੈਂ ਤੁਹਾਡਾ ਜ਼ਿਆਦਾ ਵਕਤ ਲੈ ਦੂੰਗਾ। ਮਿਹਰਬਾਨੀ, ਸ਼ੁਕਰੀਆ। ਸਾਹਿਤਕ ਤੰਦਾਂ ਦੇ ਅੱਜ ਦੇ ਸਫ਼ਰ ਦੇ ਵਿੱਚ ਤੁਹਾਡੇ ਤੋਂ ਵਿਦਾ ਲੈਣ ਦਾ ਵਕਤ ਹੋਇਆ। ਉਮੀਦ ਤੇ ਆਸ ਕਰਦਾ ਕਿ ਇਹ ਜਿਹੜੀ ਗੱਲਬਾਤ ਅਸੀਂ ਤੁਹਾਨੂੰ ਸੁਣਾਈ ਹੈ ਦੋਨੇ ਪੁਸਤਕਾਂ ਦੇ ਰਚੇਤਿਆਂ ਦੀ, ਔਰ ਉਹਨਾਂ ਦੁਆਰਾ ਸੁਣਾਈਆਂ ਗਈਆਂ ਛੋਟੀਆਂ-ਛੋਟੀਆਂ ਕਹਾਣੀਆਂ ਔਰ ਉਹਨਾਂ ਦੇ ਤਜਰਬੇ ਕਿਤਾਬ ਲਿਖਣ ਤੱਕ, ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਈ ਹੋਵੇਗੀ। ਔਰ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਵਿੱਚੋਂ ਕੁਝ ਇੱਕ ਚੋਣਵੇਂ ਜਿਹੜੇ ਲੋਕ ਨੇ ਉਹਨਾਂ ਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰੀਏ। ਜਿਉਣ ਪੰਜਾਬੀ, ਜੀਵੇ ਪੰਜਾਬ, ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।